ਕਰ ਕਿਰਪਾ ਮਿਲ
परम सत्कार जोग साजी नवाजी गुरु स्वरूप गुरु का खास रूप गुरु खालसा गुरु संगत जी। ਆਪਾਂ ਸਾਰੇ ਹੀ बहुत ਵੱਡਿਆ ਭਾਗਾਂ ਵਾਲੇ ਹਾਂ। ਜੋਗੇ ਜੋਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਬਿਰਾਜਮਾਨ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ श्री गुरु ग्रंथ साहिब जी महाराज इन्हां दी पावन पवित्र हजूरी के अंदर जुड़ बैठन का सुभाग समा प्राप्त होया है। वडभागे हाँ अमृत वेले तो गुरु चरणों दीयां हाजरियां भर के लाहे प्राप्त कर रहे हैं। अमृत वेले दे दीवान सजाए गए सजे हुए दीवाना के अंदर गुरु ग्रंथ साहिब महाराजियां दे पावन पवित्र स्वरूपां दी प्रकाश की सेवा हुई। उपरंत पंजा बाणियां दे नितनेम दे जाप हुए। श्री आसा जी की वार दे हर रस कीर्तन बहुत सत्कारयोग हजूरी ਸਿੰਘਾਂ ਪਾਸੋਂ ਆਪ ਜੀ बड़ी भावना के नाल श्रवण कर रहे सो। अज आप जी को पता है नानक शाही कैलेंडर के मुताबिक नवा साल है। मैं थोड़ी जी बेनती करके जो अज की कथा 12 महा माज महला पंजवां भाग 12 महा की कथा प्रारंभ है। ये पहला महीना है साल का। सानू हर एक दिन हर एक समा जिहड़ा भी कोई इतिहास दे विच आउंदा है जां आपां मनाउणा चाहीदा है। जदों कोई होर अपने धर्मां दे विच किसी तरह का कोई इतिहासक दिन मनाउंदा है उन्हां नूं प्रणाम है, क्योंकि उन्होंने अपने धर्म के मुताबिक अपने इतिहासक दिन याद रखे है, चेते रखे है। पर गुरमुखो अगर जे आपां होरां धर्मां के दिन पकड़ के उन्होंने मनाउण लग जाइए अते अपना जो इतिहासक दिन जो साडे वड्डे वडेरियां पुरखियां ने सानू जो साडी झोली दात पाई है, अगर जे असीं उसनूं भुल जाइए तो इस तो वड्डी होर बेसमझी वाली गल नहीं कोई हो सकती। अज नवां साल का दिन है, नवां साल है। गुरसंगत जी उत्थे ही संग्रांद का अज दिहाड़ा है। संक्रांत तो बदल के संग्रांद दिन होया, जिस दे विच भली प्रकार की क्रांति आवे उसनूं संग्रांत कहा जाता है। समा हर वक्त हर दिन हर पल बदलता रहता है, हर महीने बदलता है, हर साल बदलता है। पतझड़ भी आती है। गुरसंगत जी जिथे आपां देखते हैं हुण पतझड़ जदों आई सब पत्ते दरख्तां दे झड़ के दरख्तां दीयां कलियां टाहणियां ही रह गईयां सी। पर हुण आप जी नूं पता है विसाख दा महीना नेड़े आउण वाला है अते उत्थे ही जिहड़े पत्ते झड़े हुए सी उन्हां दरख्तां दे पत्ते वो दोबारा फुटे है। हरियावलता चार चुफेरे आपां नूं देखण नूं मिलदी है। शरीर के भी कोई समा पक जाता होंदा है, कोई समा हरियावलता दा होंदा है।
ਕਈ ਵਾਰੀ ਸਾਡੇ ਸਰੀਰ ਦੇ ਵਿੱਚ ਦੁੱਖ ਵੀ ਆਉਂਦਾ ਹੈ, ਸੁੱਖ ਵੀ ਆਉਂਦਾ ਹੈ। ਇਹ ਵਾਹਿਗੁਰੂ ਨੇ ਕੋਈ ਵਿਧੀ ਵਿਧਾਨ ਐਸਾ ਬਣਾਇਆ ਹੋਇਆ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਜੇ ਆਪਾਂ ਨਵਾਂ ਸਾਲ ਆਇਆ, ਮਹੀਨਾ ਨਵਾਂ ਚੜ੍ਹਿਆ, ਗੁਰਸੰਗਤ ਜੀ ਉਦੋਂ ਗੁਰੂ ਦੇ ਦਰ ਤੇ ਆ ਕੇ ਸੁੱਖ ਦੀ ਦਾਤ ਮੰਗਦੇ ਆ, ਤਾਂ ਮਹਾਰਾਜ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸੁੱਖ ਮੰਗਤ ਦੁਖਿਆ ਕਰੇ ਆਵੇ। ਜਦੋਂ ਅਸੀਂ ਸੁੱਖ ਦੀ ਦਾਤ ਮੰਗਦੇ ਹਾਂ ਤਾਂ ਦੁੱਖ ਵੀ ਅੱਗੇ ਆਉਂਦਾ। ਇਸੇ ਤਰ੍ਹਾਂ ਹੀ ਉਸ ਵਾਹਿਗੁਰੂ ਦੇ ਦਰ ਤੋਂ ਇਹ ਦਾਤ ਮੰਗੀਏ, ਸੱਚੇ ਪਾਤਸ਼ਾਹ ਸਾਨੂੰ ਸਦੀਵੀ ਸੁੱਖ ਮਿਲ ਜਾਵੇ। ਸਦੀਵੀ ਸੁੱਖ ਕਿਹੜਾ ਹੈ? ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੇ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਇਹ ਸਦੀਵੀ ਸੁੱਖ ਹੁੰਦਾ, ਭਾਵੇਂ ਦੁੱਖ ਆਵੇ ਸੁੱਖ ਆਵੇ, ਉਹ ਸੰਸਾਰ ਤੋਂ ਨਿਰਲੇਪ ਹੋ ਕੇ ਰਹਿੰਦਾ ਹੈ। ਦੁੱਖ ਨੂੰ ਵੀ ਪ੍ਰਮਾਣਿਕ ਕਰ ਲੈਂਦਾ, ਪ੍ਰਮਾਣ ਕਰ ਲੈਂਦਾ, ਸੁੱਖ ਨੂੰ ਵੀ ਪ੍ਰਮਾਣ ਕਰ ਲੈਂਦਾ। ਗੁਰਸੰਗਤ ਜੀ, ਐਸੀ ਉਸ ਗੁਰੂ ਕੇ ਸਿੱਖ ਦੀ ਅਵਸਥਾ ਬਣਨੀ ਚਾਹੀਦੀ ਹੈ, ਜਿੱਥੇ ਆਪਾਂ ਦੁੱਖ ਦੇ ਵੇਲੇ ਪਰਮੇਸ਼ਰ ਨੂੰ ਯਾਦ ਕਰਦੇ ਹਾਂ, ਉੱਥੇ ਹਰ ਵਕਤ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ। ਦੁੱਖ ਕਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਜਦੋਂ ਕਿਤੇ ਦੁੱਖ ਦੀ ਘੜੀ ਆ ਕੇ ਸਾਡੇ ਤੇ ਬਣਦੀ ਹੈ, ਉਦੋਂ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਘਟਾਵੋ। ਗੁਰਸੰਗਤ ਜੀ, ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਸਾਨੂੰ ਕੀ ਫਲ ਪ੍ਰਾਪਤ ਹੁੰਦਾ ਹੈ? ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਅਵਸਥਾਵਾਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸੋ ਆਓ, ਆਪ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹਾਜ਼ਰੀਆਂ ਲਵਾ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੋਈ ਬਹੁਤ ਵਿਦਵਾਨ ਵੱਡਾ ਚੱਲ ਕੇ ਆਇਆ, ਪੰਡਤ। ਬੇਨਤੀਆਂ ਕਰਨ ਲੱਗਾ, ਸਤਿਗੁਰੂ ਜੀ, ਬਹੁਤ ਜ਼ਿਆਦਾ ਮੈਂ ਗ੍ਰੰਥ ਪੜ੍ਹੇ ਹੋਏ ਹੈ, ਵੇਦਾਂਤ ਸ਼ਾਸਤਰ ਬਹੁਤ ਜ਼ਿਆਦਾ ਪੜ੍ਹੇ ਹੈ, ਪਰ ਮੇਰੀ ਰਸਨਾ ਦੇ ਵਿੱਚ ਰਸ ਨਹੀਂ, ਜਿਸ ਕਰਕੇ ਲੋਕ ਮੈਨੂੰ ਮਾਇਆ ਨਹੀਂ ਟੇਕਦੇ, ਮੈਨੂੰ ਮਾਇਆ ਨਹੀਂ ਦਿੰਦੇ। ਤੁਸੀਂ ਕਿਰਪਾ ਕਰੋ, ਤੁਹਾਡੇ ਦਰ ਤੇ ਆਏ ਮਹੀਨੇ, ਜੋ ਮਹੀਨੇ ਦਾ ਬੜਾ ਰੂਪ ਹੈ, ਉਹ ਮੈਂ ਸੰਗਤ ਨੂੰ ਸੁਣਾਇਆ ਕਰਾਂ, ਜਿਸ ਕਰਕੇ ਸੰਗਤ ਹਰ ਮਹੀਨੇ ਦਾ ਬੜਾ ਰੂਪ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਿਆ ਕਰੇਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਇਹ ਦਰ ਐਸਾ ਹੈ, ਜਿਹੜਾ ਨੀਵਾਂ ਹੋ ਕੇ ਇਸ ਦਰ ਤੇ ਕਿਸੇ ਵੀ ਤਰ੍ਹਾਂ ਦੀ ਦਾਤ ਮੰਗਦਾ ਹੈ, ਤੇ ਸੱਚੇ ਪਾਤਸ਼ਾਹ ਝੋਲੀਆਂ ਭਰਦੇ ਹੈ, ਆਪਣੇ ਬਿਰਧ ਦੀ ਲੱਜਾ ਰੱਖਦੇ ਹੈ। ਭਾਈ ਤੂੰ ਵੀ ਆਪਣੀ ਮਨੋਕਾਮਨਾ, ਮਨੋ ਇੱਛਾ ਹੈ ਜੋ ਇਸ ਦਰ ਤੇ ਪੂਰੀ ਕਰ ਲੈ। ਹਰ ਰੋਜ਼ ਗੁਰਸੰਗਤ ਜੀ, ਇਹ ਪੰਡਤ ਬੜਾ ਰੂਪ ਹਰ ਮਹੀਨੇ ਸੁਣਾਉਣ ਦੇ ਵਾਸਤੇ ਸੰਗਤ ਨੂੰ ਆਉਂਦਾ ਹੈ। ਬਹੁਤ ਧਨ ਦੌਲਤ ਮਾਇਆ ਹੋ ਜਾਂਦੀ ਹੈ, ਮੱਥਾ ਟੇਕਦੀ ਹੈ ਸੰਗਤ। ਇੱਕ ਦਿਨ ਐਸਾ ਆਇਆ, ਮਹੀਨਾ ਚੜ੍ਹਿਆ ਅਤੇ ਇਹ ਮਹਾਰਾਜ ਦੇ ਦਰ ਤੇ ਪਹੁੰਚਿਆ ਹੀ। ਸੰਗਤ ਬੁਲਾਉਣ ਵਾਸਤੇ ਚਲੀ ਗਈ ਕਿ ਮਹਾਰਾਜ ਆਓ, ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ, ਆਪ ਜੀ ਸੰਗਤ ਨੂੰ ਬੜਾ ਰੂਪ ਸੁਣਾਓ। ਅਤੇ ਹੰਕਾਰ ਦੇ ਵਿੱਚ ਆਏ ਹੋਏ ਪੰਡਤ ਨੇ ਬਚਨ ਗਏ ਕਿ ਫਲਾ ਰੂਪ ਤੁਹਾਨੂੰ ਮੈਂ ਸੁਣਾਉਣਾ, ਤੇ ਮੱਥੇ ਤੁਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਟੇਕਦੇ ਹੋ। ਇਹ ਮੈਨੂੰ ਗੱਲ ਭਾਰੀ ਨਹੀਂ, ਚੰਗੀ ਨਹੀਂ ਲੱਗੀ। ਇਸ ਕਰਕੇ ਜਾਓ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪ ਹੀ ਕਹਿ ਦਿਓ ਕਿ ਉਹ ਆਪ ਸੁਣਾ ਦੇਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਪ ਸੰਗਤ ਆਈ।
ਸਾਰੀ ਵਾਰਤਾ ਦੱਸੀ। ਬਾਅਦ ਦੇ ਵਿੱਚ ਬਾਬਾ ਬੁੱਢਾ ਜੀ ਨੇ ਕੋਲ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਰਪਾ ਕਰੋ, ਅਸੀਂ ਇਹਨਾਂ ਬ੍ਰਾਹਮਣਾਂ ਦੇ ਪਾਏ ਹੋਏ ਜੰਜਾਲ ਤੋਂ ਛੁੱਟ ਜਾਈਏ, ਪੰਡਤਾਂ ਦੇ ਪਾਏ ਹੋਏ ਜੰਜਾਲ ਤੋਂ ਛੁੱਟ ਜਾਈਏ, ਸਾਨੂੰ ਕਿਸੇ ਪੰਡਤ ਦੀ ਬ੍ਰਾਹਮਣ ਦੀ ਲੋੜ ਹੀ ਨਾ ਪਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਾ ਕੇ ਬੇਨਤੀ ਕਰੋ। ਬਾਬਾ ਬੁੱਢਾ ਜੀ ਨੇ ਗੱਲ ਦੇ ਵਿੱਚ ਪਰਨਾ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਸਭ ਤੋਂ ਪਹਿਲਾਂ ਨਮਸਕਾਰ ਕੀਤੀ ਹੈ। ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗਰੀਬ ਨਵਾਜ ਸਤਿਗੁਰੂ ਜੀ, ਤੁਸੀਂ ਹਰ ਇੱਕ ਦੀਆਂ ਝੋਲੀਆਂ ਭਰਦੇ ਹੋ। ਜਿਹੜਾ ਵੀ ਤੁਹਾਡੇ ਦਾਤੇ ਮਹਾਰਾਜ ਜਾਚਨਾ ਕਰਦਾ ਹੈ, ਗਰੀਬ ਨਵਾਜ ਸਤਿਗੁਰੂ, ਤੁਸੀਂ ਹਰ ਇੱਕ ਦੀ ਇੱਛਾ ਪੂਰੀ ਕਰਕੇ ਉਸ ਨੂੰ ਤੋਰਦੇ ਹੋ। ਆ ਸੰਗਤ ਤੁਹਾਡੇ ਦਰ ਤੇ ਤੁਹਾਡੇ ਕੋਲ ਗਰੀਬ ਨਵਾਜ ਸੱਚੇ ਪਾਤਸ਼ਾਹ ਬੇਨਤੀ ਲੈ ਕੇ ਆਈ ਹੈ, ਆਪ ਜੀ ਬੇਨਤੀ ਪ੍ਰਵਾਨ ਕਰੋ। ਸਤਿਗੁਰੂ ਮਹਾਰਾਜ ਆਖਣ ਲੱਗੇ, ਭਾਈ ਦੱਸੋ। ਬਾਬਾ ਬੁੱਢਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਨੂੰ ਪਤਾ ਹੈ ਕਿ ਪੰਡਤ ਨੇ ਕੀ ਜਵਾਬ ਦਿੱਤਾ ਹੈ। ਮਹਾਰਾਜ ਕਿਰਪਾ ਕਰੋ, ਐਸੀ ਕੋਈ ਸੁਖਾਲੀ ਬਾਣੀ ਆਪ ਜੀ ਉਚਾਰਨ ਕਰਦੇ ਹੋ, ਨਾ ਸੰਗਤ ਨੂੰ ਪੜ੍ਹਨਾ ਅਤੇ ਨਾ ਸੁਣਨਾ ਕੋਈ ਔਖਾ ਲੱਗੇ। ਮਹਾਰਾਜ ਕੋਈ ਐਸੀ ਬਾਣੀ ਆਪ ਜੀ ਰਸ ਵਾਲੀ ਉਚਾਰਨ ਕਰੋ, ਜਿਸ ਦੇ ਪੜ੍ਹਨੇ ਤੇ ਸੁਣਨੇ ਕਰਕੇ ਸਾਡੇ ਕਲ ਕਲੇਸ਼ ਕੱਟੇ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਣ ਲੱਗੇ, ਭਾਈ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਉਚਾਰਨ ਕੀਤੀ ਤਾਂ ਹੋਈ ਹੈ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਸੱਚਮੁੱਚ ਆਪ ਜੀ ਸੱਚੇ ਹੋ, ਕੀਤੀ ਹੈ ਬਾਣੀ ਉਚਾਰਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖੀ ਹੈ ਬਾਣੀ, ਪਰ ਮਹਾਰਾਜ ਉਹ ਬਾਣੀ ਕੋਈ ਆਮ ਮਨੁੱਖ ਤਾਂ ਕਿੱਥੋਂ ਹੀ ਪੜ੍ਹੇਗਾ, ਉਹਨੂੰ ਤਾਂ ਕੋਈ ਵਿਦਵਾਨ ਵੀ ਛੇਤੀ ਨਹੀਂ ਵਿਚਾਰ ਸਕਦਾ। ਕਠਿਨ ਹੈ ਬਾਣੀ ਮਹਾਰਾਜ ਸੱਚੇ ਪਾਤਸ਼ਾਹ, ਸੁਣਾਉਣੀ ਵੀ ਕਠਿਨ ਹੈ ਤੇ ਸੁਣਨੀ ਵੀ ਕਠਿਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਤੋਂ ਆਦ ਸੰਗਤ ਦੀ ਬੇਨਤੀ ਨੂੰ ਗੁਰਸੰਗਤ ਜੀ ਪ੍ਰਵਾਨ ਕਰਦਿਆਂ ਹੋਇਆਂ ਇਹ 12 ਮਹਾ ਜੋ ਬਾਣੀ ਹੈ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਇਸ ਦੇ ਵਿੱਚ ਉਸ ਵਾਹਿਗੁਰੂ ਨੂੰ ਬੇਦੋਸ਼ਾ ਦੱਸਿਆ ਹੈ। ਸਭ ਤੋਂ ਪਹਿਲਾਂ ਜਿਹੜਾ ਮੰਗਲ ਉਚਾਰਨ ਕੀਤਾ ਹੈ, ਗੁਰਸੰਗਤ ਜੀ ਸਭ ਤੋਂ ਪਹਿਲਾਂ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ, ਉਸ ਦੇ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਬੇਦੋਸ਼ਾ ਹੈ। ਅਤੇ ਅਖੀਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਵੀ ਭਾਈ ਹਰੀ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਸ ਦਾ ਕਾਲ ਉਤਾਰਾ ਹੋ ਜਾਇਆ ਕਰਦਾ ਹੈ। ਤੇ ਆਓ ਮਨ ਵਿਅਕਤੀਆਂ ਇਕਾਗਰ ਕਰੀਏ। 12 ਮਹਾਮਾਸ ਦੀ ਜੋ ਬਾਣੀ ਹੈ, ਜੋ ਸਾਨੂੰ ਫਲਾ ਰੂਪ ਇਸ ਮਹੀਨੇ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹੈ, ਮਨ ਵਿਅਕਤੀਆਂ ਇਕਾਗਰ ਕਰਕੇ ਆਪ ਦੀ ਪਾਵਨ ਪਵਿੱਤਰ ਕਥਾ ਵਿਚਾਰ ਸ਼ਰਵਣ ਕਰੋ। ਦਾਸ ਦੀ ਹਾਜ਼ਰੀ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਅੰਦਰ ਲਵਾਓ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੁਲੰਦ ਆਵਾਜ਼ ਦੇ ਵਿੱਚ ਇੱਕ ਵਾਰੀ ਸਾਰੇ ਜਪੋ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਹਾ ਮਾਜ ਮਹਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। 12 ਮਹਾ ਇਹ ਬਾਣੀ ਦਾ ਨਾਮ ਹੈ। ਮਾਝ ਰਾਗ ਦੇ ਅੰਦਰ ਸਤਿਗੁਰੂ ਜੀ ਉਚਾਰਨ ਕਰਦੇ ਹੈ। ਮਹੱਲਾ ਨਾਮ ਹੁੰਦਾ ਸਰੂਪ ਦਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ। ਗੁਰਸੰਗਤ ਜੀ ਚੌਥੇ ਘਰ ਦੇ ਸੁਰਤਾਲ ਦੇ ਅੰਦਰ ਗੁਰੂ ਕੇ ਸਿੱਖਾਂ ਨੂੰ ਇਹ ਬਾਣੀ ਗਾਉਣ ਦਾ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਦਿੱਤਾ ਹੈ, ਉਪਦੇਸ਼ ਦਿੱਤਾ ਹੈ। ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਗਰੀਬ ਨਵਾਜ ਉਚਾਰਨ ਕਰਦੇ ਹੈ। ਇੱਕ ਅਦਵੈਤ ਸਰੂਪ ਹੈ।
ਓਮ ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਸਰੂਪ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਹੁੰਦੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਹੈ ਕਿ ਗਰੀਬ ਨਿਵਾਸ ਸਤਿਗੁਰੂ ਜੀ, ਅਸੀਂ ਪਿਛਲੇ ਕਰਮਾਂ ਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਤੋਂ ਵਿਛੜੇ ਹੋਏ ਹਾਂ। ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕਰਮਾਂ ਦੇ ਕਰਕੇ ਆਪ ਜੀ ਤੋਂ ਦੂਰ ਹੋਏ ਹਾਂ। ਪਰ ਇਹ ਆਪ ਜੀ ਦਾ ਬਿਰਧ ਹੈ ਜਿਸ ਦੇ ਉੱਪਰ ਤੁਸੀਂ ਕਿਰਪਾ ਕਰ ਦਿੰਦੇ ਹੋ, ਉਹਨੂੰ ਆਪਣੇ ਨਾਲ ਮਿਲ ਲੈਂਦੇ ਹੋ। ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਕਰ ਕਿਰਪਾ ਮਿਲਹੁ ਰਾਮ। ਮਹਾਰਾਜ ਸਾਨੂੰ ਵੀ ਆਪਣੇ ਨਾਲ ਮੇਲ ਲੈਣਾ ਕਰੋ। ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਗੁਰਸੰਗਤ ਜੀ ਬੇਨਤੀਆਂ ਕਰਨ ਦਾ ਢੰਗ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ। ਆਪ ਜੀ ਪੜ੍ਹਦੇ ਹੋ, ਲੇਖਾ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਡਾ ਲੇਖਾ ਨਾ ਜਾਣੀ। ਜੇਕਰ ਤੁਸੀਂ ਲੇਖਾ ਮਹਾਰਾਜ ਸਾਡਾ ਦੇਖਣ ਲੱਗ ਗਏ ਤੇ ਅਸੀਂ ਬਖਸ਼ੇ ਨਹੀਂ ਜਾਵਾਂਗੇ। ਤੁਹਾਡਾ ਬਿਰਧ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ, ਜਿਹੜਾ ਵੀ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਤੁਸੀਂ ਉਹਨੂੰ ਰੱਖ ਲੈਂਦੇ ਹੋ। ਇਸ ਕਰਕੇ ਮਹਾਰਾਜ ਸਾਡੇ ਕਰਮਾਂ ਨੂੰ ਤੁਸੀਂ ਨਾ ਜਾਣਿਓ ਤੇ ਆਪ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮੇਲ ਲੈਣਾ ਕਰੋ। ਚਾਰ ਕੰਟ ਗਹਿ ਤਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਮਹਾਰਾਜ ਚਾਰ ਕੰਟਾਂ ਦੇ ਵਿੱਚ ਉੱਤਰ, ਦੱਖਣ, ਪੂਰਬ ਤੇ ਪੱਛਮ, ਇਹਨਾਂ ਦੇ ਵਿੱਚ ਗਰੀਬ ਨਿਵਾਸ ਅਸੀਂ ਦਸਾਂ ਦਿਸ਼ਾ ਦੇ ਵਿੱਚ ਭਰਮਦੇ ਆਪ ਜੀ ਦੇ ਦਰ ਤੇ ਹੁਣ ਚੱਲ ਕੇ ਆਏ ਹਾਂ। ਮਹਾਰਾਜ ਇਹ ਅਸੀਂ ਜਾਣਦੇ ਹੈ, ਸੋ ਦਰ ਕੈਸੇ ਛੋਟੀ ਹੈ, ਜੋ ਦਰ ਐਸਾ ਹੋਏ। ਇਸ ਕਰਕੇ ਜਨਮਾਂ ਦਾ ਦੁੱਖ ਗਰੀਬ ਨਿਵਾਸ ਅਸੀਂ ਪਾ ਲਿਆ। ਜਨਮਾਂਤਰਾਂ ਦੇ ਵਿਛੜੇ ਹੋਏ ਆਪ ਜੀ ਤੋਂ ਦੂਰ ਹੋਏ ਹਾਂ। ਕਰਮ ਸਾਡੇ ਐਸੇ ਸੀ ਗਰੀਬ ਨਿਵਾਸ, ਜਿਸ ਕਰਮਾਂ ਦੇ ਕਰਕੇ ਤੁਹਾਡੇ ਤੋਂ ਦੂਰ ਹੋ ਗਏ। ਹੁਣ ਥੱਕੇ ਹਾਰੇ ਬੜੇ ਦੇਵੀ ਦੇਵਤਿਆਂ ਦੇ ਚਰਨ ਪਕੜੇ, ਬੜੇ ਪੁਜਾਰੀਆਂ ਦੇ ਜਾ ਕੇ ਚਰਨ ਪਕੜੇ, ਬੜੇ ਪੰਡਤਾਂ ਦੇ ਜਾ ਕੇ ਚਰਨ ਪਕੜੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਅਸੀਂ ਮੁਕਤ ਨਹੀਂ ਹੋ ਸਕੇ। ਜਨਮਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਅਸੀਂ ਭਟਕਦੇ ਰਹੇ। ਥੱਕ ਆਏ ਪ੍ਰਭ ਕੀ ਸਾਮ, ਥੱਕੇ ਹਾਰੇ ਆਪ ਜੀ ਦੀ ਅਸੀਂ ਮਹਾਰਾਜ ਸ਼ਰਨ ਦੇ ਵਿੱਚ ਆਏ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਹੈ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੀ ਗਹੀ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਗਰੀਬ ਨਿਵਾਸ ਆਪ ਦੀ ਕਿਰਪਾ ਕਰੋ, ਸਾਡੀ ਬਿਰਤੀ ਐਸੀ ਹੋ ਜਾਵੇ, ਪਾਈ ਗਹੀ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਡੀ ਬਿਰਤੀ ਐਸੀ ਹੋ ਜਾਵੇ ਕਿ ਜਦੋਂ ਅਸੀਂ ਆਪ ਜੀ ਦੇ ਚਰਨ ਪਕੜ ਲਈਏ, ਕਿਸੇ ਹੋਰ ਦਾ ਦਰ ਨਾ ਤੱਕੀਏ, ਕਿਸੇ ਹੋਰ ਦੇ ਦਰ ਤੇ ਜਾ ਕੇ ਮੱਥਾ ਨਾ ਸਾਨੂੰ ਟੇਕਣਾ ਪਵੇ। ਸੋ ਗੁਰਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਤੇ ਥੱਕ ਆਏ ਪ੍ਰਭ ਕੀ ਸਾਮ। ਥੱਕਣਾ ਕਿਸ ਤਰ੍ਹਾਂ ਹੈ? ਕਿਉਂਕਿ ਜਦੋਂ ਕੋਈ ਭਿਖਾਰੀ ਕਿਸੇ ਦੇ ਦਰਾਂ ਤੇ ਜਾ ਕੇ ਮੰਗਦਾ ਰਹੇ ਕਿ ਉਹਨੂੰ ਕੋਈ ਫਲ ਨਾ ਕੋਈ ਪਾਵੇ, ਉਹਨੂੰ ਕੋਈ ਰਿਜ਼ਕ ਨਾ ਦੇਵੇ, ਅੰਨ ਨਾ ਦੇਵੇ, ਉਸਦੀ ਜੋ ਇੱਛਾ ਹੈ ਉਹ ਪੂਰੀ ਨਾ ਕਰੇ, ਕਿਸੇ ਰਾਜੇ ਮਹਾਰਾਜੇ ਦੇ ਕੋਲੇ ਜਾ ਕੇ ਫਰਿਆਦ ਕਰਦਾ, ਮਹਾਰਾਜ ਮੈਂ ਦਰਾਂ ਤੇ ਭਟਕਦਾ ਰਿਹਾ, ਪਰ ਹੁਣ ਮੈਂ ਥੱਕਿਆ ਹਾਰਿਆ ਆਪ ਜੀ ਦੇ ਦਰ ਤੇ ਆਇਆ। ਕਿਤੇ ਵੀ ਭਾਵੇਂ ਮਨੁੱਖ ਚਲਾ ਜਾਵੇ, ਦੇਵੀ ਦੇਵਤਿਆਂ ਦੇ ਕੋਲੇ ਚਲਾ ਜਾਵੇ, ਗੁਰਸੰਗਤ ਜੀ, ਹੋਰ ਆਪਾਂ ਕਿੰਨੇ ਵੀ ਦੁਨਿਆਵੀ ਬਾਬਿਆਂ ਨੂੰ ਮਨਾ ਲਈਏ,
ਆਉਣਾ ਅਖੀਰ ਤੇ ਸਾਨੂੰ ਆਪਣੇ ਬਾਪੂ ਦੇ ਕੋਲੇ ਪਵੇਗਾ, ਆਉਣਾ ਸਾਨੂੰ ਆਪਣੇ ਗੁਰੂ ਦੇ ਕੋਲੇ ਪਵੇਗਾ। ਜਦੋਂ ਆਪਾਂ ਗੁਰੂ ਦੇ ਕੋਲੇ ਆਉਨੇ ਆ, ਅਰਦਾਸ ਬੇਨਤੀ ਕਰੀਏ, ਮਹਾਰਾਜ ਬੜੇ ਦਰ ਐਸੇ ਦੇਖੇ ਜਿਨ੍ਹਾਂ ਦਰਾਂ ਤੇ ਬੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਬੜਾ ਕੁਝ ਦਿੱਤਾ ਜਾਂਦਾ ਹੈ, ਪਰ ਆਪ ਜੀ ਦਾ ਦਰ ਐਸਾ ਹੈ ਜਿਹੜਾ ਕੇਵਲ ਤੇ ਕੇਵਲ ਮੁਕਤੀ ਦੀ ਦਾਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਸ ਮਾਤਰ ਦੇ ਵਿੱਚ ਤੁਸੀਂ ਦੇ ਦਿੰਦੇ ਹੋ। ਉਹ ਦਰ ਬੜੇ ਦੇਖੇ ਜਿਹੜੇ ਮੁਕਤੀ ਦੇ ਦਰ ਨਹੀਂ ਦੇ ਸਕਦੇ, ਮੁਕਤੀ ਦੀ ਦਾਤ ਨਹੀਂ ਦੇ ਸਕਦੇ। ਇਸੇ ਕਰਕੇ ਥੱਕੇ ਹਾਰੇ ਅਸੀਂ ਆਪ ਜੀ ਦੀ ਸ਼ਾਮ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਤੇਰੇ ਨੰਦ ਗਏ ਤੇ ਬਾਖਰੀ, ਕਿਤੇ ਨ ਆਵੇ ਕਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੀਵਨ ਨੂੰ, ਜਗਿਆਸੂ ਨੂੰ ਉਪਦੇਸ਼ ਦਿੰਦੇ ਆ ਗੁਰਸੰਗਤ ਜੀ। ਜਿਸ ਤਰ੍ਹਾਂ ਕੋਈ ਧੇਨ ਹੈ, ਗਊ ਹੈ, ਗਾਂ ਹੈ, ਅਗਰ ਜੇ ਉਹ ਦੁੱਧ ਤੋਂ ਬਾਹਰੀ ਹੈ, ਭਾਵ ਦੁੱਧ ਨਹੀਂ ਦੇ ਸਕਦੀ, ਤਾਂ ਨਾ ਤਾਂ ਉਹ ਹਲ ਜੋਣ ਦੇ ਕੰਮ ਆਉਂਦੀ ਹੈ, ਨਾ ਹੀ ਗੁਰਸੰਗਤ ਜੀ ਕਿਸੇ ਹੋਰ ਗਾਂ ਨੂੰ ਕੰਮ ਆਉਂਦੀ ਹੈ, ਭਾਵ ਵਿਅਰਥ ਜਾਂਦੀ ਹੈ। ਕਿਤੇ ਨਾ ਆਵੇ ਕਾਮ, ਕਿਸੇ ਵੀ ਕੰਮ ਨਹੀਂ ਆਉਂਦੀ। ਅਗਰ ਗਊ ਰੂਪ ਸਾਡਾ ਸਰੀਰ ਜੇ ਗੁਰਸੰਗਤ ਜੀ ਪਰਮੇਸ਼ਰ ਤੋਂ ਬਾਹਰੀ ਹੈ, ਪਰਮੇਸ਼ਰ ਇਸ ਦੇ ਹਿਰਦੇ ਅੰਦਰ ਨਹੀਂ ਵਸਿਆ, ਪਰਮੇਸ਼ਰ ਦੇ ਗਿਆਨ ਤੋਂ ਸਾਡਾ ਸਰੀਰ ਬਾਹਰੀ ਹੈ, ਤਾਂ ਧਰਮ, ਅਰਥ, ਕਾਮ, ਮੋਖ ਇਸ ਦੇ ਵਿੱਚ ਇਹ ਕਿਸੇ ਵੀ ਪਦਾਰਥਾਂ ਦੇ ਕੰਮ ਨਹੀਂ ਆ ਸਕਦਾ। ਇਹ ਮਨੁੱਖ ਨੂੰ ਵਡਿਆਈ ਦਿੱਤੀ ਹੈ। ਮਨੁੱਖ ਗੁਰਸੰਗਤ ਜੀ ਸਭ ਜੂਨਾਂ ਤੋਂ ਉੱਪਰ ਉੱਠਿਆ ਹੋਇਆ ਹੈ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਜੇਕਰ ਪਸ਼ੂਆਂ ਵਾਲੀ ਇਸਦੀ ਬਿਰਤੀ ਹੈ ਤਾਂ ਇਹ ਪਸ਼ੂਆਂ ਤੋਂ ਵੀ ਮਾੜਾ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦੇ ਆ, ਨਰੂ ਮਰੈ ਨਰ ਕਾਮਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਕਹਿੰਦੇ ਮਨੁੱਖ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਕਿਸੇ ਕੰਮ ਨਹੀਂ ਆਉਂਦਾ। ਨਰੂ ਮਰੈ ਨਰ ਕਾਮਨਾ ਆਵੈ, ਉਸਦਾ ਸਰੀਰ ਕਿਤੇ ਕੰਮ ਨਹੀਂ ਆਉਂਦਾ। ਪਰ ਜੇ ਕਿਤੇ ਗੁਰਸੰਗਤ ਜੀ ਪਸ਼ੂ ਚੜ੍ਹਾਈ ਕਰ ਜਾਂਦਾ, ਪਸ਼ੂ ਮਰੈ 10 ਕਾਜ ਸਵਾਰੈ, ਉਹ 10 ਹੋਰ ਕਾਰਜ ਵੀ ਸਵਾਰ ਹੁੰਦਾ ਹੈ। ਪਸ਼ੂਆਂ ਤੋਂ ਵੀ ਉਸਦੀ ਬਿਰਤੀ, ਪਸ਼ੂਆਂ ਤੋਂ ਵੀ ਗੁਰਸੰਗਤ ਜੀ ਉਸਦਾ ਜਿਹੜਾ ਜੀਵਨ ਹੈ ਉਹ ਮਾੜਾ ਹੈ। ਜੇਕਰ ਪਰਮੇਸ਼ਰ ਨੂੰ ਭੁੱਲਿਆ ਹੋਇਆ ਹੈ ਤਾਂ ਕਹਿੰਦੇ ਉਹ ਕਿਤੇ ਵੀ ਕੰਮ ਨਹੀਂ ਹੈ। ਧੇਨ ਦੁੱਧ ਹੈ ਤੇ ਬਾਹਰੀ, ਜਿਸ ਤਰ੍ਹਾਂ ਗਾਂ ਦੁੱਧ ਤੋਂ ਬਗੈਰ ਕਿਸੇ ਕੰਮ ਨਹੀਂ ਆਉਂਦੀ। ਸਾਡਾ ਸਰੀਰ ਜੇ ਪਰਮੇਸ਼ਰ ਤੋਂ ਦੂਰ ਹੈ ਤਾਂ ਇਹ ਕਿਸੇ ਕੰਮ ਨਹੀਂ ਹੈ। ਧੇਨ ਨਾਮ ਬੁੱਧੀ ਦਾ ਵੀ ਗੁਰਸੰਗਤ ਜੀ ਹੁੰਦਾ ਹੈ। ਅਗਰ ਬੁੱਧੀ ਦੇ ਵਿੱਚ ਜੇ ਕਿਤੇ ਪ੍ਰੇਮ ਨਹੀਂ, ਬੁੱਧੀ ਦੇ ਵਿੱਚ ਜੇ ਕਿਤੇ ਗਿਆਨ ਨਹੀਂ ਹੈ ਤਾਂ ਗੁਰਸੰਗਤ ਜੀ ਇਹ ਕਿਸੇ ਕੰਮ ਨਹੀਂ ਆਉਣ ਵਾਲੀ। ਭਾਵ ਸਾਡਾ ਜਿਉਣਾ, ਸਾਡਾ ਸਰੀਰ ਇਹ ਵਿਅਰਥ ਹੀ ਹੈ। ਜਨਮ ਜਲ ਬਿਨ ਸਾਖ ਤੁਮਲਾਪਤੀ, ਉਪਜੈ ਨਾਹੀ ਜਾਮ। ਫਿਰ ਉਦਾਹਰਨ ਦੇ ਕੇ ਮਹਾਰਾਜ ਸਮਝਾਉਂਦੇ ਹੈ, ਕਿਸੇ ਜ਼ਿਮੀਂਦਾਰ ਨੇ ਬਹੁਤ ਗੁਰਸੰਗਤ ਜੀ ਮਿਹਨਤ ਦੇ ਨਾਲ ਫਸਲ ਬੀਜੀ ਹੈ, ਤਿਆਰ ਕੀਤੀ ਹੈ। ਅਗਰ ਜੇ ਉਹ ਜ਼ਿਮੀਂਦਾਰ ਹੋਰ ਮਿਹਨਤ ਤਾਂ ਬਹੁਤ ਕਰਦਾ ਰਹੇ ਪਰ ਉਸ ਫਸਲ ਦੇ ਵਿੱਚ ਪਾਣੀ ਨਾ ਲਾਵੇ, ਉਸ ਫਸਲ ਨੂੰ ਉਹ ਪਾਣੀ ਨਾ ਦੇਵੇ, ਤੇ ਜਿਹੜੀ ਫਸਲ ਜਲ ਤੋਂ ਬਿਨਾਂ ਹੁੰਦੀ ਹੈ ਗੁਰਸੰਗਤ ਜੀ ਉਹ ਕੁਮਲਾ ਜਾਂਦੀ ਹੈ। ਜਲ ਬਿਨ ਸਾਖ ਕੁਮਲਾਵਤੀ, ਜਿਹੜੀਆਂ ਸਾਖਾਂ ਹਨ ਉਹ ਕੁਮਲਾ ਜਾਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਉਹ ਫਸਲ ਦਾ ਉਪਜੈ ਨਾਹੀ ਗਾਮ, ਕੋਈ ਵੀ ਦਮੜਾ ਕੋਈ ਪੈਦਾ ਨਹੀਂ ਹੁੰਦਾ, ਉਸ ਨੂੰ ਕੋਈ ਧਨ ਦੌਲਤ ਮਾਇਆ ਪ੍ਰਾਪਤੀ ਨਹੀਂ ਹੁੰਦੀ, ਧਨ ਦੌਲਤ ਦੀ ਕਿਸੇ ਤਰ੍ਹਾਂ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਸਰੀਰ ਵੀ ਇੱਕ ਫਸਲ ਦੇ ਵੱਧ ਹੈ। ਅਗਰ ਜੇ ਇਸ ਸਰੀਰ ਦੇ ਵਿੱਚ ਪ੍ਰੇਮ ਰੂਪੀ ਪਾਣੀ ਅਸੀਂ ਨਾ ਪਾਈਏ ਤਾਂ ਗੁਰਸੰਗਤ ਜੀ ਜਿਹੜਾ ਸਾਨੂੰ ਜਿਹੜੀਆਂ ਸਾਡੀਆਂ ਸਾਖਾਂ ਹਨ, ਸੁਭ ਗੁਣਾ ਰੂਪੀ ਸਾਖਾਂ, ਉਹ ਕੁਮਲਾ ਜਾਂਦੀਆਂ ਨੇ। ਸੁਭ ਗੁਣਾ ਰੂਪੀ ਸਾਖਾਂ ਕਿਹੜੀਆਂ ਨੇ? ਸਤ, ਸੰਤੋਖ, ਦਇਆ, ਧਰਮ ਤੋਂ ਆਦਿ ਜਿਹੜਾ ਇਹ ਸਾਖਾਂ ਮੰਨੀਆਂ ਜਾਂਦੀਆਂ ਨੇ। ਇਹ ਸਾਖਾਂ ਜਦੋਂ ਕੁਮਲਾਉਂਦੀਆਂ ਨੇ
ਉਪਜੈ ਨਾਹੀ ਦਾਮ, ਕਿਉਂਕਿ ਇਹਨਾਂ ਸਾਖਾਂ ਤੋਂ ਹੀ ਸਾਨੂੰ ਜਿਹੜਾ ਦਾਮ, ਬੁੱਧੀ ਰੂਪੀ ਦਾਮ ਦਮੜਾ ਪ੍ਰਾਪਤ ਹੋਣਾ ਸੀ। ਜਦੋਂ ਸਾਡੇ ਕੋਲੇ ਸਾਖਾਂ ਹੀ ਨਹੀਂ, ਨਾ ਅਸੀਂ ਪ੍ਰੇਮ ਰੂਪੀ ਪਾਣੀ ਪਾਇਆ, ਤੇ ਫਿਰ ਅਸੀਂ ਫਲ ਕਿੱਥੋਂ ਪ੍ਰਾਪਤ ਕਰ ਲਵਾਂਗੇ। ਭਾਵ ਕਿ ਬੁੱਧੀ ਰੂਪੀ ਦਾਮ ਦਮੜਾ ਸਾਨੂੰ ਪ੍ਰਾਪਤ ਨਹੀਂ ਹੋਣਾ। ਹਰ ਨਾਮ ਨਾ ਮਿਲਿਐ ਸਾਧਨੈ, ਕਤ ਪਾਈਐ ਬਿਸਰਾਮ। ਇਹ ਉਦਾਹਰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਿੰਦੇ ਹੈ। ਜਿਸ ਤਰ੍ਹਾਂ ਗੁਰਸੰਗਤ ਜੀ ਕੋਈ ਮਾਈ ਹੈ, ਬੀਬੀ ਹੈ, ਇਸਤਰੀ ਹੈ, ਅਤੇ ਉਹਨੂੰ ਨਾਹਾ ਨਾਮ ਪਤੀ ਦਾ ਹੁੰਦਾ, ਪਤੀ ਨਾ ਮਿਲੇ, ਅਤੇ ਹੋਰ ਉਸਦੇ ਬਹੁਤ ਜ਼ਿਆਦਾ ਸੱਜਣ ਹੋਣ, ਹੋਰ ਉਸਦੇ ਬਹੁਤ ਜ਼ਿਆਦਾ ਮਿੱਤਰ ਹੋਣ, ਤਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਹ ਜਿਹੜੀ ਇਸਤਰੀ ਕਦ ਪਾਈ ਹੈ ਵਿਸਰਾਮ, ਕਿਸ ਤਰ੍ਹਾਂ ਵਿਸਰਾਮ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਜਗਿਆਸੂ ਰੂਪੀ ਇਸਤਰੀ ਹੈ, ਹਰੀ ਨਾਹਾ ਨਾਮ ਪਰਮੇਸ਼ਰ ਦਾ ਹੁੰਦਾ, ਪਤੀ ਦਾ ਹੁੰਦਾ, ਹਰੀ ਪਰਮੇਸ਼ਰ ਤੋਂ ਉਹ ਬਾਹਰ ਹੈ, ਮਿਲੀ ਨਹੀਂ ਹੋਈ ਪਰਮੇਸ਼ਰ ਦੇ ਨਾਲ। ਤਾਂ ਦੱਸੋ ਹੋਰ ਜਿਹੜੇ ਦੇਵੀ ਦੇਵਤੇ ਹੈ, ਹੋਰ ਗੁਰਸੰਗਤ ਜੀ ਉਸਦੇ ਜਿਹੜੇ ਮਿੱਤਰ ਹਨ ਜਗਿਆਸੂ ਦੇ, ਭਾਵੇਂ ਬਹੁਤ ਜ਼ਿਆਦਾ ਮਿੱਤਰ ਹੈ, ਪਰ ਉਹ ਸੱਜਣ ਵੀ ਗੁਰਸੰਗਤ ਜੀ ਸੱਜਣਾ ਵਾਲੀ ਵੀ ਹੋਣ ਦੇ ਬਾਵਜੂਦ ਵੀ ਉਹ ਵਿਸਰਾਮ ਨਹੀਂ ਪਾ ਸਕਦੀ, ਭਾਵ ਟਿਕਾਣਾ ਨਹੀਂ, ਜਗ੍ਹਾ ਨਹੀਂ ਕਿਤੇ ਪ੍ਰਾਪਤ ਕਰ ਸਕਦੀ। ਜਿਤ ਕਰ ਹਰ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਘਰ ਦੇ ਅੰਦਰ ਉਸ ਪਤਨੀ ਦਾ ਜਿਹੜਾ ਪਤੀ ਹੈ ਨਹੀਂ ਬੋੜਿਆ, ਨਾ ਪ੍ਰਗਟੀ, ਕੰਤ ਨਾਮ ਪਤੀ ਦਾ ਹੁੰਦਾ ਹੈ, ਕੰਤ ਨਾ ਪ੍ਰਗਟੀ। ਜੇ ਕਿ ਕਿਤੇ ਕੋਈ ਇਸਤਰੀ ਨਵ ਵਿਆਹੀ ਆਈ ਹੈ, ਉਸਦਾ ਪਤੀ ਕਿਤੇ ਬਾਹਰ ਗਿਆ ਹੈ, ਗੁਰਸੰਗਤ ਜੀ ਪਤੀ ਘਰ ਦੇ ਵਿੱਚ ਬੋੜਿਆ ਨਹੀਂ ਹੈ, ਉਸਦੀ ਨਜ਼ਰ ਦੇ ਅੰਦਰ ਤਾਂ ਜਿਹੜਾ ਉਹ ਘਰ ਹੈ ਕਹਿੰਦੇ ਭੱਠ ਭੱਠੀ ਦੇ ਵਾਂਗ ਸੜ ਰਿਹਾ ਹੁੰਦਾ ਹੈ। ਭਾਵੇਂ ਨਗਰ ਨਾਮ ਵੱਡੇ ਦਾ, ਗ੍ਰਾਮ ਨਾਮ ਛੋਟੇ ਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹੈ, ਕਹਿੰਦੇ ਜਿਤ ਘਰ ਹਰ ਕੰਤ ਨਾ ਪ੍ਰਗਟਈ। ਜਿਸ ਸਰੀਰ ਰੂਪੀ ਘਰ ਦੇ ਅੰਦਰ ਹਰੀ ਪਰਮੇਸ਼ਰ ਨਹੀਂ ਬੋੜਿਆ, ਹਰੀ ਪਰਮੇਸ਼ਰ ਆਇਆ ਨਹੀਂ ਹੈ, ਪ੍ਰਗਟ ਨਹੀਂ ਹੋਇਆ, ਉਹ ਸਰੀਰ ਰੂਪੀ ਘਰ ਗੁਰਸੰਗਤ ਜੀ ਭੱਠੀ ਦੇ ਵਾਂਗ ਸੜ ਰਿਹਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸਿੱਖਿਆ ਦਿੱਤੀ ਹੈ। ਭਾਵੇਂ ਨਗਰ ਹੈ, ਨਗਰ ਨਾਮ ਵੱਡੇ ਦਾ ਭਾਵ ਵੱਡੇ ਵੱਡੇ ਸਰੀਰ ਦੇਵੀ ਦੇਵਤੇ, ਗ੍ਰਾਮ ਨਾਮ ਜਿਹੜੇ ਜੀਵ ਹਨ ਮਨੁੱਖ ਹੈ, ਭਾਵੇਂ ਦੇਵਤੇ ਵੀ ਹੈ ਤੇ ਭਾਵੇਂ ਮਨੁੱਖ ਹੈ, ਅਗਰ ਜੇ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਨਹੀਂ, ਪਰਮੇਸ਼ਰ ਦਾ ਨਾਮ ਨਹੀਂ, ਤੇ ਉਹਨਾਂ ਦਾ ਇਹ ਸਰੀਰ ਇੱਕ ਭੱਠੀ ਦੇ ਵਾਂਗ ਹੁੰਦਾ ਹੈ। ਗੁਰਸੰਗਤ ਜੀ ਭਗਤ ਕਬੀਰ ਸਾਹਿਬ ਜੀ ਵੀ ਕਥਨ ਕਰਦੇ ਹੈ, ਕਬੀਰ ਜਿਹੇ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਖ ਕੇ ਭੂਤ ਵਸਹਿਤ ਨਮਾਹੇ। ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੋ ਜਾਇਆ ਕਰਦਾ, ਜਿਨ੍ਹਾਂ ਦੇ ਘਰ ਦੇ ਅੰਦਰ, ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਦਾ ਵਾਸਾ ਨਹੀਂ ਹੈ। ਸੋ ਇਹ ਸਾਨੂੰ ਸਿੱਖਿਆ ਮਿਲਦੀ ਹੈ ਗੁਰਸੰਗਤ ਜੀ। ਭਾਵੇਂ ਵੱਡੇ ਵੱਡੇ ਮਹੱਲ ਵੀ ਅਸੀਂ ਤਿਆਰ ਕਰਵਾ ਲਈਏ, ਵੱਡੇ ਵੱਡੇ ਮਹਿਲ ਵੀ ਆਪਾਂ ਚਲਵਾ ਲਈਏ, ਜੇ ਪਰਮੇਸ਼ਰ ਤੋਂ ਬਾਹਰ ਉਹ ਮਹਿਲ ਹਨ, ਪਰਮੇਸ਼ਰ ਦਾ ਨਾਮ ਨਹੀਂ ਉਹਨਾਂ ਮਹਿਲਾਂ ਦੇ ਵਿੱਚ, ਤੇ ਉਹ ਵੀ ਭੱਠੀ ਦੇ ਵਾਂਗ ਸੜ ਰਹੇ ਹੁੰਦੇ ਹਨ। ਸਰਬ ਸਿਗਾਰ ਤੁਮ ਬੋਲ ਰਸ, ਸਣ ਦੇਗੀ ਸਭ ਖਾਮ। ਹੁਣ ਪਤੀ ਕਿਤੇ ਬਾਹਰ ਗਿਆ ਗੁਰਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹੈ ਕਿ ਤੇ ਉਸਦੀ ਪਤਨੀ ਭਾਵੇਂ ਲੱਖਾਂ ਹੀ ਸ਼ਿੰਗਾਰ ਕਰ ਲਵੇ, ਅਤੇ ਉਸਦੇ ਸ਼ਿੰਗਾਰ ਕੀਤਾ ਹੋਇਆ ਸਾਰਾ ਵਿਅਰਥ ਹੈ। ਜਗਿਆਸੂ ਰੂਪ ਇਸਤਰੀ ਹੈ, ਪਤੀ ਪਰਮੇਸ਼ਰ ਹੈ। ਜੇ ਹਿਰਦੇ ਰੂਪੀ ਘਰ ਦੇ ਅੰਦਰ, ਜਗਿਆਸੂ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਨਹੀਂ ਬੋੜਿਆ, ਤਾਂ ਗੁਰਸੰਗਤ ਜੀ ਇਸਤਰੀ ਗਿਆਨ ਰੂਪੀ ਭਾਵੇਂ ਕਿੰਨਾ ਵੀ ਸੁਰਮਾ ਪਾ ਲਵੇ, ਉਹਦਾ ਵਿਅਰਥ ਹੈ। ਇਸੇ ਤਰ੍ਹਾਂ ਮਹਾਵਾਕਾਂ ਦਾ ਜੋ ਸੁਣਨਾ ਹੈ,
ਕਿੰਨਾ ਮਰਜੀ ਉਹ ਮਹਾਵਾਕ ਵੀ ਸੁਣ ਲਵੇ, ਪਾਨਾਂ ਦੇ ਜੋ ਬੇੜੀਆਂ ਲਾਉਂਦੇ ਐ, ਗੁਰਸੰਗਤ ਜੀ ਬੀੜੀਆਂ ਪੀਂਦੇ ਐ, ਪਾਨ ਜਪਦੇ ਐ, ਇਹਨੂੰ ਤੰਬੋਲ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਹਾਵਾਕ ਦੇ ਜੋ ਸੁਣਨੇ ਐ, ਭਾਵੇਂ ਕਿੰਨੇ ਵੀ ਉਹ ਇਸ ਤਰ੍ਹਾਂ ਦੀ ਬੀੜੀਆਂ ਜਾਂ ਪਾਨਾਂ ਦੇ ਬੇੜੇ ਉਹ ਲਾ ਲੈਣ, ਵਿਅਰਥ ਹਨ। ਫਿਰ ਰਸ ਜੋ ਯੋਗ ਸਾਧਨਾ ਦੇ ਨਾਲ ਗੁਰਸੰਗਤ ਜੀ ਪੈਦਾ ਹੁੰਦੇ ਹੈ, ਜਗਿਆਸੂ ਰੂਪ ਇਸਤਰੀ ਹੈ, ਕਿੰਨੇ ਮਰਜੀ ਯੋਗ ਸਾਧਨ ਵੀ ਕਰ ਲਵੇ ਉਹਦੇ ਵਿਅਰਥ ਹਨ। ਜਿਵੇਂ ਇਸਤਰੀ ਘਰ ਦੇ ਵਿੱਚ ਬਹੁਤ ਰਸ ਹੈ, ਪਰ ਜੇ ਪਰਮੇਸ਼ਰ ਨਹੀਂ ਹੈ ਗੁਰਸੰਗਤ ਜੀ, ਫਿਰ ਉਹ ਰਸ ਵੀ ਕਿਸ ਗੱਲ ਦਾ। ਬੜੇ ਪਦਾਰਥ ਘਰ ਦੇ ਵਿੱਚ ਹਨ, ਕਿਸ ਕੰਮ ਦੇ ਉਹ ਪਦਾਰਥ ਭਾਵ ਕਿ ਕਿਉਂਕਿ ਉਹਦਾ ਪਤੀ ਉਸਦੇ ਘਰ ਦੇ ਵਿੱਚ ਨਹੀਂ ਹੈ। ਤੇ ਜੇ ਕਿਤੇ ਜਗਿਆਸੂ ਰੂਪ ਇਸਤਰੀ ਦੇ ਘਰ ਦੇ ਅੰਦਰ ਉਸ ਦਾ ਪਤੀ ਪਰਮੇਸ਼ਰ ਵਾਹਿਗੁਰੂ ਉਸਦੇ ਘਰ ਦੇ ਵਿੱਚ ਨਹੀਂ ਹੈ, ਭਾਵੇਂ ਯੋਗ ਸਾਧਨਾ ਦੇ ਨਾਲ ਉਹ ਕਿੰਨੇ ਵੀ ਰਸ ਲੈ ਲਵੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਣ ਦੇਹੀ ਸਭ ਖਾਮ, ਐਸੀ ਜਿਹੜੀ ਦੇਹੀ ਹੈ ਭਾਈ, ਉਹ ਖਾਮ ਭਾਵ ਕਿਸ ਕੰਮ ਦੀ ਹੈ, ਭਾਵ ਵਿਅਰਥ ਹੈ। ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸਜਣ ਸਭ ਜਾਮ। ਅਤੇ ਜਿਸ ਤਰ੍ਹਾਂ ਗੁਰਸੰਗਤ ਜੀ ਇੱਕ ਪਤਨੀ ਹੈ, ਪਰਮੇਸ਼ਰ ਜੋ ਉਸਦਾ ਪਤੀ ਹੈ ਜਾਂ ਪਤੀ ਉਸਦੇ ਘਰ ਦੇ ਵਿੱਚ ਨਹੀਂ, ਭਾਵੇਂ ਉਸਦੇ ਸੱਜਣ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿੰਨੇ ਵੀ ਹੋਣ, ਉਹ ਸੱਜਣ ਵੀ ਇੱਕ ਨਾ ਇੱਕ ਦਿਨ ਦੁਸ਼ਮਣ ਬਣ ਜਾਂਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭ ਸੁਆਮੀ ਕੰਤ ਵਿਹੂਣੀਆਂ, ਜਗਿਆਸੂ ਰੂਪ ਇਸਤਰੀਆਂ ਪ੍ਰਭੂ ਰੂਪੀ ਜੋ ਸੁਆਮੀ ਮਾਲਕ ਹੈ, ਕੰਤ ਤੋਂ ਪਤੀ ਤੋਂ ਵਿਹੂਣੀਆਂ ਹਨ, ਵਿਛੜੀਆਂ ਹੋਈਆਂ ਨੇ। ਉਹਨਾਂ ਦੇ ਜਿਹੜੇ ਮੀਤ ਹਨ, ਸੱਜਣ ਹਨ, ਦੇਵੀ ਦੇਵਤੇ, ਉਹ ਵੀ ਜਾਮ ਜਮਾ ਮਤ ਹੋ ਜਾਂਦੇ ਆ। ਗੁਰਸੰਗਤ ਜੀ ਜਾਮ ਜਮਾ ਮਤ ਭਾਵ ਜਿਵੇਂ ਜਮ ਦੰਡ ਦਿੰਦਾ ਹੈ, ਤੇ ਜਿਹੜੇ ਦੇਵੀ ਦੇਵਤਿਆਂ ਰੂਪੀ ਇਹ ਜਾਮ ਹਨ, ਉਹ ਫਿਰ ਇਹਨਾਂ ਨੂੰ ਸ਼ਰਾਪ ਦੇਣ ਲੱਗ ਜਾਂਦੇ ਆ। ਆਪਾਂ ਦੇਖਦੇ ਆ ਨਾ ਕਿ ਜਿਨ੍ਹਾਂ ਦੇ ਗੁਰਸੰਗਤ ਜੀ ਹਿਰਦੇ ਪਰਮੇਸ਼ਰ ਤੋਂ ਬਾਹਰ ਹੀ ਹਨ, ਉਹਨਾਂ ਨੂੰ ਫਿਰ ਆ ਦੇਵਤਿਆਂ ਦੇ ਦੰਡ ਲੱਗਦੇ ਆ, ਭੂਤਾਂ ਪ੍ਰੇਤਾਂ ਦਾ ਦੰਡ ਲੱਗਦਾ ਹੈ। ਤਾਂ ਹੀ ਦੰਡ ਲੱਗਦਾ ਹੈ ਅਗਰ ਜੇ ਇਹਨਾਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਦਾ ਵਾਸਾ ਨਹੀਂ, ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦੰਡ ਲੱਗਦੇ ਆ, ਭਾਵ ਜਿਹੜੇ ਸੱਜਣ ਮਿੱਤਰ ਉਹ ਵੀ ਦੁਸ਼ਮਣ ਬਣ ਜਾਇਆ ਕਰਦੇ ਆ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਦੀਨ ਦਿਆਲ ਸਤਿਗੁਰੂ ਜੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਐਸੇ ਅਰਦਾਸ ਕਰੀਏ ਕਿ ਕਰ ਕਿਰਪਾ ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਦੀ ਦਾਤ ਦੇ ਦਿਓ। ਬੇਨਤੀ ਕਰੀਏ ਮਹਾਰਾਜ ਵਿਸਰ ਨਾਹੀ ਦਾ ਧਾਰ ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ ਨਾਨਕ ਜਾਓ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਾ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੋਗ। ਗੁਰਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਹਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ, ਕਿ ਉਸਦੇ ਨਾਮ ਤੋਂ ਬਿਨਾਂ ਸਭ ਵਿਅਰਥ ਹੀ ਵਿਅਰਥ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਰਪਾ ਕਰੋ ਦੀਨ ਦਿਆਲ, ਸਾਨੂੰ ਨਾਮ ਦੀ ਦਾਤ ਆਪ ਜੀ ਬਖਸ਼ ਦੇਣਾ ਕਰੋ। ਹਰ ਮਿਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਰਜਲ ਧਾਮ। ਮਹਾਰਾਜ ਸਾਨੂੰ ਆਪਣੇ ਨਾਲ ਮਿਲ ਲੈਣਾ ਕਰੋ। ਜਿਸ ਕਾ ਨਿਰਜਲ ਧਾਮ, ਜਿਸ ਪਰਮੇਸ਼ਰ ਦਾ ਜਿਹੜਾ ਧਾਮ ਨਿਰਜਲ ਹੈ, ਅਚਲ ਪਦਵੀ ਵਾਲਾ ਜਿਹੜਾ ਧਾਮ ਉਸਦਾ ਘਰ ਹੈ, ਸਾਨੂੰ ਵੀ ਐਸੀ ਸਥਿਰ ਪਦਵੀ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ, ਜਿਹੜੀ ਆਪ ਜੀ ਨੇ ਧਰੂ ਵਰਗਿਆਂ ਨੂੰ, ਪ੍ਰਹਿਲਾਦ ਵਰਗਿਆਂ ਨੂੰ ਬਖਸ਼ਿਸ਼ ਕੀਤੀ ਹੈ, ਜਿਹੜੀ ਆਪ ਜੀ ਨੇ ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਨੂੰ ਪਦਵੀ ਪ੍ਰਾਪਤ ਕੀਤੀ ਹੈ। ਕਿਰਪਾ ਕਰੋ ਸੱਚੇ ਪਾਤਸ਼ਾਹ, ਸਾਡੇ ਤੇ ਵੀ ਕਿਰਪਾ ਕਰੋ। ਹਰ ਮਿਲੋ ਸੁਆਮੀ ਸੰਗ, ਮਹਾਰਾਜ ਸਾਨੂੰ ਆਪਣੇ ਨਾਲ ਮਿਲ ਲੈਣਾ ਕਰੋ। ਜਿਸ ਦਾ ਨਿਹਚਲ ਧਾਮ, ਆਪ ਜੀ ਦਾ ਜਿਹੜਾ ਧਾਮ ਨਿਹਚਲ ਹੈ, ਸਥਿਰ ਹੈ, ਸਾਨੂੰ ਵੀ ਐਸਾ ਸਥਿਰ ਘਰ ਬਖਸ਼ਿਸ਼ ਕਰ ਦੇਣਾ ਕਰੋ। ਅੱਗੇ ਗੁਰਸੰਗਤ ਜੀ ਅੱਜ ਜੋ ਚੇਤ ਦਾ ਮਹੀਨਾ ਹੈ, ਆਪਾਂ 5-7 ਮਿੰਟ ਉੱਤੇ ਲਾਵਾਂਗੇ, ਤੇ ਆਪ ਜੀ ਨੇ ਗੁਰਸੰਗਤ ਜੀ ਪ੍ਰੇਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਟਿਕੇ ਰਹਿਣਾ।
क्योंकि ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਚੇਤ ਦੇ ਮਹੀਨੇ ਦੇ ਦੁਆਰਾ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹੈ। ਆਓ ਮਨ ਵਿੱਚ ਇਕਾਗਰ ਕਰਕੇ ਅਗਲਾ ਚੇਤ ਦਾ ਮਹੀਨਾ ਸ਼੍ਰਵਣ ਕਰੀਏ। ਚੇਤ ਗੋਬਿੰਦ ਆਰਾਧੀਐ, ਹੋਵੈ ਅਨੰਦ ਘਣਾ। ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀਐ। ਭਾਈ ਚੇਤ ਦੇ ਵਿੱਚ ਗੋਬਿੰਦ ਜੋ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਹੈ ਉਸ ਨੂੰ ਆਰਾਧਨਾ ਕਰੀਏ, ਕਿਉਂਕਿ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਉਜਲੇ ਕੇ ਦੀ ਛੁੱਟੀ ਨਾਲ। ਗੁਰਸੰਗਤ ਜੀ ਚੇਤ ਗੋਬਿੰਦ ਆਰਾਧੀਐ, ਕਹਿੰਦੇ ਗੋਬਿੰਦ ਪਰਮੇਸ਼ਰ ਪਰਮਾਤਮਾ ਨੂੰ ਯਾਦ ਕਰੀਏ ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ ਹੈ। ਭਾਈ ਮੰਝ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਮਹਾਰਾਜ ਜੀ ਨੇ ਗਲਵਕੜੀ ਦੇ ਵਿੱਚ ਲੈ ਕੇ ਕਿਹਾ ਸੀ ਕਿ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਧ ਥਾ ਜਗ ਲੰਘਣ ਹਾਰਾ। ਭੱਠੀ ਦੇ ਵਿੱਚ ਗੁਰਸੰਗਤ ਜੀ ਵਿਧੀ ਚੰਦ ਮਹਾਂਪੁਰਖ ਬਾਬਾ ਜੀ ਜਦੋਂ ਆ ਕੇ ਬਿਪਤਾ ਪਈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ। ਗੁਰਸੰਗਤ ਜੀ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਵਾਹਿਗੁਰੂ ਯਾਦ ਕੀਤਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਆ ਕੇ ਆਪ ਕਿਰਪਾ ਕੀਤੀ। ਭੱਠੀ ਦੇ ਵਿੱਚ ਬਾਬਾ ਵਿਧੀ ਚੰਦ ਜੀ ਜਦੋਂ ਬੈਠੇ ਸਨ, ਉਸ ਵਕਤ ਇੱਕ ਵਾਲ ਵੀ ਉਹਨਾਂ ਦਾ, ਇੱਕ ਕੇਸ ਵੀ ਨਹੀਂ ਸੀ ਸੜ ਸਕਿਆ। ਆਪ ਖੁਦ ਖੁਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹਨਾਂ ਦੀ ਰੱਖਿਆ ਕਰਨ ਵਾਸਤੇ ਬੋੜੇ ਸਨ। ਇਸੇ ਤਰ੍ਹਾਂ ਪੂਨੇ ਦੇ ਵਿੱਚ ਦੋ ਗੁਰਸਿੱਖ ਸਨ। ਗੁਰਸੰਗਤ ਜੀ ਉਹਨਾਂ ਦੀ ਰੱਖਿਆ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬੋੜੇ ਸੀ। ਇਹ ਅਨੇਕਾਂ ਹੀ ਪ੍ਰਮਾਣ ਗੁਰਸੰਗਤ ਜੀ ਸਾਖੀਆਂ ਦੇ ਵਿੱਚ ਆਉਂਦੇ ਆ, ਜਿਨ੍ਹਾਂ ਜਿਨ੍ਹਾਂ ਦੀ ਰੱਖਿਆ ਗੁਰੂਆਂ ਨੇ, ਸਾਡੇ ਵੱਡਿਆਂ ਨੇ, ਸਾਡੇ ਬਾਬਿਆਂ ਨੇ ਕੀਤੀ, ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ। ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧੀ ਹੈ। ਭਾਈ ਚੇਤ ਦਾ ਮਹੀਨਾ ਤਾਂ ਸਫਲਾ ਹੈ ਜੇਕਰ ਆਪਾਂ ਗੋਬਿੰਦ ਗੋ ਨਾਮ ਗੁਰਸੰਗਤ ਜੀ ਪ੍ਰਿਥਵੀ ਦਾ ਹੁੰਦਾ ਹੈ, ਵਿੰਦ ਨਾਮ ਪਾਲਣ ਦਾ ਹੁੰਦਾ ਹੈ। ਗੋ ਨਾਮ ਇੰਦਰੀਆਂ ਦਾ, ਵਿੰਦ ਨਾਮ ਇੰਦਰੀਆਂ ਦਾ ਜੋ ਪ੍ਰਤਪਾਲਕ ਹੈ। ਇਸ ਕਰਕੇ ਐਸੇ ਵਾਹਿਗੁਰੂ ਨੂੰ ਆਰਾਧਨਾ ਕਰੀਏ, ਫਿਰ ਕੀ ਹੋਵੇਗਾ? ਹੋਵੇ ਆਨੰਦ ਘਣਾ, ਘਣਾ ਆਨੰਦ ਪ੍ਰਾਪਤ ਹੋਏਗਾ। ਹੋਰ ਗੁਰਸੰਗਤ ਜੀ ਮਿੱਤਰਾਂ ਨੂੰ, ਦੋਸਤਾਂ ਨੂੰ ਚੇਤੇ ਕਰ ਲਈਏ ਵਿਅਰਥ ਹੈ। ਹੁਣ ਚਕੋਰ ਵੀ ਗੁਰਸੰਗਤ ਜੀ ਇਸੇ ਤਰ੍ਹਾਂ ਜੋ ਚੰਦਰਮਾ ਨੂੰ ਚੇਤੇ ਕਰਦੀ ਰਹਿੰਦੀ ਹੈ, ਵਿਅਰਥ ਹੈ। ਉਹਨਾਂ ਨੂੰ ਕੀ ਲਾਭ ਹੋਇਆ? ਕੋਈ ਲਾਭ ਨਹੀਂ ਹੋਇਆ। ਬਵੀਹਾ ਸਵਾਤੀ ਬੂੰਦ ਨੂੰ ਯਾਦ ਕਰਦਾ ਰਹਿੰਦਾ ਹੈ, ਕੀ ਲਾਭ ਹੋਇਆ? ਥੋੜਾ ਸਮਾਂ ਸਵਾਤੀ ਬੂੰਦ ਦਾ ਆਨੰਦ ਆਉਂਦਾ, ਬਾਅਦ ਦੇ ਵਿੱਚ ਫਿਰ ਉਸੇ ਵੱਲ ਤੱਕਦਾ ਰਹਿੰਦਾ। ਇਸੇ ਤਰ੍ਹਾਂ ਮੱਛੀ ਪਾਣੀ ਦੇ ਨਾਲ ਪ੍ਰੇਮ ਕਰਦੀ ਹੈ, ਚੇਤੇ ਕਰਦੀ ਰਹਿੰਦੀ ਹੈ, ਥੋੜਾ ਸਮਾਂ ਆਨੰਦ ਆਉਂਦਾ, ਜਦੋਂ ਬਾਹਰ ਕੱਢ ਲਈਦਾ ਤੇ ਮਰ ਜਾਂਦੀ ਹੈ, ਚੜਾਈ ਕਰ ਦਿੰਦੀ ਹੈ। ਬਹੁਤ ਉਦਾਹਰਨਾਂ ਐਸੀਆਂ ਮਿਲ ਸਕਦੀਆਂ ਨੇ। ਦੁਨਿਆਵੀ ਜਿਹੜਾ ਪ੍ਰੇਮ ਹੈ, ਜੇ ਆਪਾਂ ਦੁਨਿਆਵੀ ਲੋਕਾਂ ਨੂੰ ਯਾਦ ਕਰੀਏ ਤੇ ਇਹ ਵਿਅਰਥ ਹੈ, ਕਿਉਂਕਿ ਇਸੇ ਤਰ੍ਹਾਂ ਮਨੁੱਖ ਨੂੰ ਵੀ ਸਿੱਖਿਆ ਦਿੱਤੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਦੁਨੀਆ ਦੇ ਲੋਕਾਂ ਨੂੰ ਕਿੰਨੇ ਵੀ ਸੱਜਣ ਮਿੱਤਰ ਬਣਾ ਲਈਏ ਤੇ ਉਹ ਵਿਅਰਥ ਹੀ ਹੈ। ਭਾਈ ਵਿਪਤ ਕਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਕਿਉਂਕਿ ਤੂੰ ਇਹ ਪਰਮੇਸ਼ਰ ਨੂੰ ਯਾਦ ਕਰ। ਤੇ ਬਾਕੀ ਜਿਹੜੀ ਦੁੱਖਾਂ ਦੀ ਗੱਲ ਆਉਂਦੀ ਹੈ, ਦੁੱਖਾਂ ਦੇ ਵੇਲੇ ਤੈਨੂੰ ਹਰ ਇੱਕ ਨੇ ਛੱਡ ਜਾਣਾ। ਜਦੋਂ ਦੁੱਖ ਆਉਂਦਾ ਉਦੋਂ ਤੇਰੀ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ। ਤੂੰ ਪਰਮੇਸ਼ਰ ਨੂੰ ਯਾਦ ਕਰੇਗਾ, ਪਰਮੇਸ਼ਰ ਤੈਨੂੰ ਕਦੇ ਵੀ ਤੈਨੂੰ ਵਿਸਾਰੇਗਾ ਨਹੀਂ, ਤੇਰੀ ਹਰ ਵਕਤ ਰੱਖਿਆ ਕਰੇਗਾ। ਗੁਰਸੰਗਤ ਜੀ ਇਹ ਪਰਮੇਸ਼ਰ ਦਾ ਪ੍ਰੇਮ ਹੈ, ਇਹ ਪਰਮੇਸ਼ਰ ਦਾ ਬਿਰਧ ਹੈ। ਆਪਣੇ ਸੇਵਕਾਂ ਦੀ ਭਾਵੇਂ ਕਿਤੇ ਵੀ ਬੈਠਾ ਹੋਵੇ ਤੇ ਉਹ ਰੱਖਿਆ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੇਤ ਦਾ ਮਹੀਨਾ ਗੁਰਮੁਖੋ ਇਸ ਕਰਕੇ ਲਾਭਦਾਇਕ ਹੈ, ਇਸ ਕਰਕੇ ਸਫਲਾ ਹੈ ਜੇ ਆਪਾਂ ਆਪਣੇ ਪਰਮੇਸ਼ਰ ਨੂੰ ਯਾਦ ਕਰਾਂਗੇ। ਕਿਉਂਕਿ ਦੁੱਖ ਵੇਲੇ ਗੁਰਸੰਗਤ ਜੀ ਕੋਈ ਸਹਾਇਤਾ ਨਹੀਂ ਕਰਦਾ। ਸੁੱਖਾਂ ਦੇ ਵੇਲੇ ਤਾਂ ਸਾਡੇ ਚਾਰ ਚੁਫੇਰੇ ਦੁਨੀਆ ਹੀ ਦੁਨੀਆ ਹੁੰਦੀ ਹੈ। ਗੁਰਸੰਗਤ ਜੀ ਜਦੋਂ ਦੁੱਖ ਦੀ ਘੜੀ ਹੁੰਦੀ ਹੈ ਉਦੋਂ ਕੋਈ ਵੀ ਸਹਾਇਤਾ ਨਹੀਂ ਕਰਦਾ। ਆਪ ਜੀ ਦੇ ਨਾਲ ਇੱਕ ਵਾਰੀ ਨਹੀਂ ਬਹੁਤ ਵਾਰੀ ਐਸਾ ਸਮਾਂ ਵਾਪਰਿਆ ਹੋਏਗਾ। ਜਦੋਂ ਤੁਹਾਡੇ ਕੋਲੇ ਮਾਇਆ ਹੈ, ਜਦੋਂ ਤੁਹਾਡੇ ਕੋਲੇ ਧਨ ਹੈ, ਉਸ ਵਕਤ ਤੁਹਾਡੇ ਚਾਰ ਚੁਫੇਰੇ ਬਹੁਤ ਲੋਕ ਹੁੰਦੇ ਆ। ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਜਦੋਂ ਤਾਂ ਜੇਬ ਦੇ ਵਿੱਚ ਲੱਖਾਂ ਨੇ ਕਰੋੜਾਂ ਨੇ
ਉਦੋਂ ਤਾਂ ਸਾਨੂੰ ਕਰੋੜਾਂ ਰੁਪਏ ਦੇਣ ਵਾਸਤੇ ਕਰੋੜਾਂ ਹੀ ਆ ਜਾਂਦੇ ਆ, ਤੇ ਜਦੋਂ ਸਾਡੇ ਜੇਬ ਦੇ ਵਿੱਚ ਸਾਡੇ ਕੋਲੇ ਰੁਪਈਆ ਵੀ ਨਹੀਂ, ਤੇ ਉਦੋਂ ਸਾਨੂੰ ਦੇਣ ਵਾਸਤੇ ਕੋਈ ਧਨ ਦੌਲਤ ਦੇਣ ਵਾਸਤੇ ਇੱਕ ਵੀ ਨਹੀਂ ਟੱਕਰਦਾ। ਇਹ ਹਰ ਇੱਕ ਮਨੁੱਖ ਦੇ ਨਾਲ ਹੁੰਦੀ ਹੈ। ਇਸ ਕਰਕੇ ਜਦੋਂ ਅਸੀਂ ਪਰਮੇਸ਼ਰ ਨੂੰ ਯਾਦ ਕਰਾਂਗੇ ਤੇ ਪਰਮੇਸ਼ਰ ਸਾਡੀ ਹਰ ਵਕਤ ਬਿਪਤਾ ਪੈਣ ਤੇ ਵੀ ਰੱਖਿਆ ਕਰਦਾ ਹੈ। ਮਹਾਰਾਜ ਕਹਿੰਦੇ ਜਾਗੋ ਮੁਸ਼ਕਿਲ ਅੱਗ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਪ ਤੇ ਭੱਜ ਖਲੇ, ਭਾਵ ਸਾਖ ਸੰਬੰਧੀ ਦੌੜ ਜਾਂਦੇ ਆ, ਭੱਜ ਜਾਂਦੇ ਆ। ਲਾਗੂ ਹੋਏ ਦੁਸ਼ਮਣਾ ਸਾਖ ਤੇ ਭੱਜ ਖਲੇ, ਸਭੋ ਭੱਜੈ ਆਸਰਾ, ਸਾਰੇ ਆਸਰੇ ਭੱਜ ਜਾਂਦੇ ਆ। ਗੁਰੂ ਚੁੱਕੈ ਸਭ ਅਸਰਾਓ, ਸਾਰੇ ਆਸਰੇ ਚੁੱਕੇ ਜਾਂਦੇ ਆ। ਅਗਰ ਮਹਾਰਾਜ ਕਹਿੰਦੇ ਉਸ ਵਕਤ ਚਿੱਤ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤਤੀ ਬਾਹੂ, ਜਦੋਂ ਕੋਈ ਵਿਪਤਾ ਦੇ ਵਿੱਚ ਤੇ ਉਹਨੂੰ ਪਰਮੇਸ਼ਰ ਯਾਦ ਆ ਜਾਂਦਾ ਤੇ ਤਤੀਆਂ ਹਵਾਵਾਂ ਤੋਂ ਸੱਚੇ ਪਾਤਸ਼ਾਹ ਮਹਾਰਾਜ ਰੱਖਿਆ ਕਰਦੇ ਆ। ਤਾਤੀ ਬਾਉ ਨੂੰ ਲੱਗੀ ਪਾਰ ਬ੍ਰਹਮ ਸਰਨਾਈ, ਜਿਹੜਾ ਪ੍ਰਭੂ ਦੀ ਸ਼ਰਨ ਦੇ ਵਿੱਚ ਚਲਾ ਜਾਂਦਾ ਹੈ। ਇਸ ਕਰਕੇ ਗੁਰਮੁਖੋ ਚੇਤ ਗੋਬਿੰਦ ਆਰਾਧੀ ਹੈ। ਚੇਤ ਦੇ ਮਹੀਨੇ ਦੇ ਵਿੱਚ ਗੋਬਿੰਦ ਪਰਮੇਸ਼ਰ ਪਰਮਾਤਮਾ ਨੂੰ ਆਰਾਧਨਾ ਕਰੀਏ, ਜਿਸ ਕਰਕੇ ਹੋਵੇ ਆਨੰਦ ਘਣਾ, ਬਹੁਤਾ ਆਨੰਦ ਪ੍ਰਾਪਤ ਹੋਏਗਾ। ਸੰਤ ਨਾਮ ਮਿਲ ਪਾਈਐ, ਰਸਨਾ ਨਾਮ ਘਣਾ। ਗੁਰਸੰਗਤ ਜੀ, ਸੰਤ ਜਨਾਂ ਦਾ ਸੰਗਤ ਕਰਕੇ ਉਸ ਪਰਮੇਸ਼ਰ ਨੂੰ ਪਾਉਣਾ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤਾਂ ਦੀ ਸੰਗਤ ਕਰੋ ਭਾਈ। ਸੰਤ ਜਨਾਂ ਮਿਲ ਹਰ ਜਸ ਗਾਇਓ, ਹਰੀ ਦਾ ਸਿਮਰਨ ਕਰੀਏ ਸੰਤਾਂ ਦੇ ਨਾਲ ਮਿਲ ਕਰਕੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਦੋਂ ਸੰਤਾਂ ਦਾ ਸੰਗ ਕਰੋਗੇ, ਸਾਧ ਸੰਗਤ ਕਰੋਗੇ, ਉੱਥੇ ਤੁਹਾਨੂੰ ਹਰੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਏਗਾ। ਤੇ ਉਹ ਨਾਮ ਫਿਰ ਰਸਨਾ ਨਾਮ ਭਣਾ, ਭਣਾ ਨਾਮ ਉਚਾਰਨ ਕਰਦਾ ਹੈ। ਰਸਨਾ ਦੇ ਨਾਲ ਭਾਈ ਨਾਮ ਨੂੰ ਉਚਾਰਨ ਕਰਦੇ ਰਹੀਏ। ਜਿਨ ਪਾਇਆ ਪ੍ਰਭ ਆਪਣਾ, ਆਏ ਕਿਸ ਹੈ ਗਣਾ। ਅਤੇ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਪਤੀ ਪਰਮਾਤਮਾ ਨੂੰ ਪਾਇਆ ਹੈ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦਾ ਆਇਆ ਹੋਇਆ ਇੱਥੇ ਗਿਣਿਆ ਜਾਂਦਾ ਹੈ। ਜਿਹੜੇ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਆ, ਉਹਨਾਂ ਦਾ ਆਇਆ ਹੋਇਆ ਇੱਥੇ ਸਫਲਾ ਮੰਨਿਆ ਜਾਂਦਾ ਹੈ। ਆਇਆ ਸਫਲ ਕਾਹੂ ਕਾ ਗਣੀਆਂ, ਜਾਸ ਰਸਨਾ ਹਰ ਰਸਨਾ ਪੜੀਆਂ। ਗੁਰਸੰਗਤ ਜੀ, ਜਿਨ੍ਹਾਂ ਨੇ ਪਰਮੇਸ਼ਰ ਪਰਮਾਤਮਾ ਨੂੰ ਯਾਦ ਕੀਤਾ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ, ਉਹ ਦਰਗਾਹ ਦੇ ਵਿੱਚ ਸੱਜੇ ਹੋਏ ਨੇ। ਉਹਨਾਂ ਦਾ ਆਇਆ ਹੋਇਆ ਸਫਲ ਹੁੰਦਾ ਹੈ। ਆਇਆ ਸਫਲ ਕਾਹੂ ਕਾ ਗਣੀ ਹੈ, ਉਹਨਾਂ ਦਾ ਗਣਿਆ ਜਾਂਦਾ ਗੁਰਮੁਖੋ ਸਫਲਾ। ਤੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੇ ਸਤ ਸੰਗਤ ਦੇ ਵਿੱਚ ਨਹੀਂ ਆਉਂਦੇ ਗੁਰਮੁਖੋ, ਉਹਨਾਂ ਦਾ ਜੀਵਨ ਧਰਿਗ ਹੋ ਜਾਂਦਾ ਹੈ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧਰਿਗ ਜੀਵੇ ਧਰਿਗ ਜੀ ਵਾਸ। ਉਹਨਾਂ ਦਾ ਜੀਵਨ ਹਮੇਸ਼ਾ ਤ੍ਰਿਘਾਰ ਯੋਗ ਹੈ, ਤ੍ਰਿਘਾਰ ਦੇ ਯੋਗ ਹੈ। ਇਸ ਕਰਕੇ ਪਰਮੇਸ਼ਰ ਦਾ ਸਿਮਰਨ ਕਰੀਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਆਇਆ ਹੋਇਆ ਸਫਲ ਹੈ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਪਾਲਿਆ ਹੈ। ਇੱਕ ਖਿਣ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਅਗਰ ਤੇ ਗੁਰਸੰਗਤ ਜੀ ਪਰਮੇਸ਼ਰ ਤੋਂ ਬਿਨਾਂ ਇੱਕ ਖਿਣ ਤਿਸ ਬਿਨ ਜੀਵਨਾ, ਤਿਸ ਪਰਮੇਸ਼ਰ ਤੋਂ ਬਿਨਾਂ ਇੱਕ ਖਿਣ ਮਾਤਰ ਵੀ ਜਿਉਣਾ ਹੈ, ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਬਿਰਥਾ ਜਨਮ ਜਣਾ, ਉਹਨਾਂ ਦਾ ਆਇਆ ਹੋਇਆ ਵਿਅਰਥ ਹੈ। ਮਹਾਰਾਜ ਕਹਿੰਦੇ ਆ ਭਾਈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਹਨਾਂ ਨੂੰ ਰੋਗ ਹੀ ਰੋਗ ਆ ਕੇ ਸਰੀਰ ਦੇ ਤਨ ਲੱਗ ਜਾਂਦੇ ਆ। ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ, ਹੁਣ ਕਦ ਮਿਲਿਆ ਪ੍ਰੇਤੁਰ ਭਗਵੰਤਾ। ਇਹ ਬੇਨਤੀਆਂ ਕਰਨੀਆਂ ਚਾਹੀਦੀਆਂ। ਸੱਚੇ ਪਾਤਸ਼ਾਹ ਨਿਮਕ ਮਾਤਰ ਵੀ ਮੈਂ ਆਪ ਜੀ ਤੋਂ ਦੂਰ ਨਹੀਂ ਰਹਿ ਸਕਦਾ। ਜਲ ਥਲ ਮਹੀਰ ਪੂਰਿਆ, ਰਵਿਆ ਵਿੱਚ ਬਣਾ। ਕਿਉਂਕਿ ਉਹ ਵਾਹਿਗੁਰੂ ਜਲਾਂ ਦੇ ਵਿੱਚ, ਥਲਾਂ ਦੇ ਵਿੱਚ ਮਹੀ ਅਗ, ਮਹੀ ਨਾਮ ਧਰਤੀ ਦਾ, ਅਗ ਨਾਮ ਗੁਰਸੰਗਤ ਜੀ, ਮਹੀ ਅਗ ਪੂਰਿਆ ਭਾਵ ਕਿ ਪਹਾੜਾਂ ਦਾ ਹੈ। ਉਹ ਵਾਹਿਗੁਰੂ ਭਾਵੇਂ ਜਲ ਜਲ ਵਾਲੀ ਥਾਂ ਹੈ, ਥਲ ਖੁਸ਼ਕ ਜਗ੍ਹਾ ਹੈ, ਧਰਤੀ ਹੈ ਤੇ ਭਾਵੇਂ ਪਹਾੜ ਹਨ ਗੁਰਸੰਗਤ ਜੀ, ਉਹ ਹਰ ਇੱਕ ਜਗ੍ਹਾ ਤੇ ਵਾਹਿਗੁਰੂ ਪਰਿਪੂਰਨ ਹੋ ਰਿਹਾ। ਜਲ ਥਲ ਮਹੀਰ ਪੂਰਿਆ ਸੁਆਮੀ ਸਿਰਜਣਹਾਰ,
ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਿੱਥੋਂ ਕਿੱਥੋਂ ਤੱਕ ਗੱਲ ਕਰੀਏ, ਹਰ ਇੱਕ ਜਗ੍ਹਾ ਤੇ ਵਿਆਪਕ ਹੈ। ਕਿਉਂਕਿ ਜੋ ਪਰਮੇਸ਼ਰ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਪਰਿਪੂਰਨ ਹੋਏ ਹੈ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਸਾਡੇ ਹਿਰਦੇ ਅੰਦਰ ਘਟਾਂ ਘਟਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਉਹ ਜਲ ਥਲ ਨਹੀਂ ਪੂਰਿਆ ਰਵਿਆ ਵਿੱਚ ਬਣਾ। ਗੁਰਸੰਗਤ ਜੰਗਲਾਂ ਦੇ ਵਿੱਚ ਵੀ ਰਵਿਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਕਿਤੇ ਜਿਨ੍ਹਾਂ ਨੂੰ ਉਹ ਪ੍ਰਭੂ ਚੇਤੇ ਨਹੀਂ ਆਉਂਦਾ ਤੇ ਕਿੰਨਾ ਨੂੰ ਦੁੱਖ ਭਾਈ ਮੈਂ ਗਣਾ ਭਾਵ ਉਹਨਾਂ ਨੂੰ ਹਰ ਇੱਕ ਸਰੀਰ ਦੇ ਦੁੱਖ ਆ ਕੇ ਲੱਗ ਜਾਂਦਾ। ਪਹਿਲਾਂ ਬੇਨਤੀ ਕੀਤੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ। ਥੋੜੇ ਥੋੜੇ ਹਰ ਦੁਖੀ ਇੱਕ ਸੁਖੀ ਹਰੀ ਕੇ ਦਾਸ। ਹਰੀ ਦੇ ਦਾਸ ਬਣ ਜਾਈਏ ਗੁਰਸੰਗਤ ਜੀ। ਹਰ ਇੱਕ ਕੋਈ ਜਿਹੜਾ ਹਰੀ ਦਾ ਦਾਸ ਹੈ ਸੁਖੀ ਸੁਖੀ ਹੈ। ਜੇਕਰ ਪਰਮੇਸ਼ਰ ਸਾਡੇ ਚਿੱਤ ਦੇ ਅੰਦਰ ਨਹੀਂ ਹੈ, ਜੇ ਅਸੀਂ ਦਾਸਾ ਭਾਵ ਹਜੇ ਨਹੀਂ ਧਾਰਨ ਕੀਤਾ ਤੇ ਸਾਨੂੰ ਸਰੀਰ ਨੂੰ ਵੀ ਆ ਕੇ ਦੁੱਖ ਲੱਗਦੇ ਆ, ਸਾਡੇ ਮਨ ਨੂੰ ਵੀ ਆ ਕੇ ਦੁੱਖ ਲੱਗਦੇ ਆ। ਕੋਈ ਚਿੰਤਾ ਚਿਤ ਉਦਾਸ, ਕੋਈ ਹਰ ਵਕਤ ਚਿੰਤਾ ਦੇ ਵਿੱਚ ਰਹਿੰਦਾ ਹੈ, ਉਹਨਾਂ ਨੂੰ ਐਸਾ ਦੁੱਖ ਲੱਗਦਾ ਹੈ। ਇਹ ਬੇਨਤੀਆਂ ਕਰੀਏ ਗਰੀਬ ਨਿਵਾਸ ਸੱਚੇ ਪਾਤਸ਼ਾਹ, ਤੂੰ ਸਾਨੂੰ ਕਦੇ ਭੁੱਲੀ ਨਾ ਮਹਾਰਾਜ, ਤੂੰ ਸਾਨੂੰ ਕਦੇ ਵਿਸਾਰੀ ਨਾ ਮਹਾਰਾਜ। ਅਸੀਂ ਤਾਂ ਪਾਪੀ ਹਾਂ, ਤੁਸੀਂ ਬਖਸ਼ਣ ਵਾਲੇ ਹੋ, ਤੁਸੀਂ ਬਖਸ਼ਣ ਤੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ। ਸਿੱਖ ਤੇ ਬਹੁਤ ਕਮਾਉਣ ਦੇ ਅੰਤ ਨਾ ਪਾਰਾਵਾਰ ਕਰ ਕਿਰਪਾ ਕਰਕੇ ਬਖਸ਼ ਲਿਓ, ਹਰ ਕਿਰਪਾ ਕਰਕੇ ਬਖਸ਼ ਲਿਓ। ਨਾ ਪਾਪੀ ਵੱਧ ਗੁਨਾਹਗਾਰ ਮਹਾਰਾਜ, ਬੜੇ ਹੀ ਪਾਪੀ ਹਾਂ ਅਸੀਂ। ਗਰੀਬ ਨਿਵਾਸ ਸਾਡੇ 'ਚ ਬਹੁਤ ਪਾਪ ਨੇ, ਅਨੇਕਾਂ ਪਾਪਾਂ ਦੇ ਘਿਰੇ ਹੋਏ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਨੂੰ ਘਿਰਿਆ ਹੋਇਆ। ਕਿਰਪਾ ਕਰੋ ਗਰੀਬ ਨਿਵਾਸ ਸੱਚੇ ਪਾਤਸ਼ਾਹ, ਤੁਸੀਂ ਬਖਸ਼ਣ ਦਿਓ। ਕਾਮ ਕ੍ਰੋਧ ਲੋਭ ਮੋਹ ਝੂਠ ਨਿੰਦਾ ਤੋਂ ਤੁਸੀਂ ਆਪ ਹੀ ਛਡਾਉਣਾ ਕਰੋ ਮਹਾਰਾਜ। ਇਹ ਆਪ ਹੀ ਕਿਰਪਾ ਕਰਨ ਵਾਲੇ ਹੋ। ਇਸ ਤਰ੍ਹਾਂ ਬੇਨਤੀਆਂ ਕਰੀਏ ਗਰੀਬ ਨਿਵਾਸ ਸੱਚੇ ਪਾਤਸ਼ਾਹ, ਤੁਸੀਂ ਤਾਂ ਹਰ ਇੱਕ ਜਗ੍ਹਾ ਤੇ ਹੋ। ਸੋ ਪ੍ਰਭ ਚਿਤ ਨ ਆਵਈ ਕਿਤਨਾ ਦੁੱਖ ਗਣਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਚੇਤੇ ਨਹੀਂ ਆਇਆ, ਕਿੰਨੇ ਕੁ ਦੁੱਖਾਂ ਦੀ ਗੱਲ ਮੈਂ ਕਰਾਂ ਗਣਾ। ਕਿਹੜੇ ਕਿਹੜੇ ਦੁੱਖਾਂ ਨੂੰ ਗਿਣਾ ਭਾਵ ਸਾਰੇ ਦੁੱਖ ਆ ਕੇ ਚਿੰਬੜ ਜਾਂਦੇ ਐ। ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਰਾਵਿਆ ਹੈ, ਭਾਈ ਚੇਤੇ ਕੀਤਾ, ਯਾਦ ਕੀਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਭਾਗ ਮਣਾ, ਉਹਨਾਂ ਦੇ ਬੜੇ ਚੰਗੇ ਭਾਗ ਹਨ। ਉਹਨਾਂ ਦੇ ਵੱਡੇ ਭਾਗ ਹੈ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਨੂੰ ਰਾਵਿਆ ਹੈ। ਮਾਈ ਭਾਗ ਭਰੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ ਤੇ ਗੁਰਸੰਗਤ ਜੀ ਉਹ ਹਰ ਵਕਤ ਹੀ ਯਾਦ ਕਰਦੀ ਰਹਿੰਦੀ ਸੀ। ਮਾਈਆਂ ਐਸੀਆਂ ਬਣੀਏ, ਜੇ ਮਾਈ ਹੈ ਗਰੀਬ ਨਿਵਾਜ ਨੇ ਸਰੀਰ ਦਿੱਤਾ ਹੈ ਤਾਂ ਗੁਰਸੰਗਤ ਜੀ ਐਸੇ ਬਣੀਏ ਕਿ ਆਪਣੇ ਪਰਮੇਸ਼ਰ ਨੂੰ ਨਾ ਭੁੱਲੀਏ। ਸਰੀਰ ਵੀ ਭਾਵੇਂ ਵਿਰਧ ਹੋ ਜਾਵੇ ਪਰ ਗੁਰੂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਦਰਸ਼ਨ ਦਿੰਦਾ ਹੈ। ਕਬੀਰ ਕੇਸੋ ਕੇਸੋ ਫੂਕੀਐ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੇਸੋ ਕੇਸੋ ਫੂਕੀਐ। ਮਹਾਰਾਜ ਕਹਿੰਦੇ ਕਬੂ ਕੇ ਸੁਣੈ ਪੁਕਾਰ, ਕਦੇ ਤਾਂ ਪੁਕਾਰ ਸੁਣੇਗਾ ਹੀ ਨਾ। ਸੁਈਆ ਆਸਾਰ ਰਾਤ ਦਿਵਸ ਕੇ ਉਪਨੇ ਕਬੂ ਕੇ ਸੁਣੈ ਪੁਕਾਰ, ਕਦੇ ਤਾਂ ਪੁਕਾਰਾਂ ਸੁਣੇਗਾ ਹੀ ਸਾਡੀਆਂ। ਉਹ ਪਰਮੇਸ਼ਰ ਐਸਾ ਹੈ ਨਹੀਂ ਕਿ ਕਦੇ ਬਹੁਤਾ ਨਹੀਂ ਹੈ। ਅਰਦਾਸ ਬੇਨਤੀਆਂ ਜ਼ਰੂਰ ਕਰਿਆ ਕਰੀਏ ਗੁਰਸੰਗਤ ਜੀ। ਪਰਮੇਸ਼ਰ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਪਤਾ ਨਹੀਂ ਕਿਹੜੇ ਕਿਹੜੇ ਰੂਪ ਦੇ ਵਿੱਚ ਵਾਹਿਗੁਰੂ ਤੁਰਿਆ ਫਿਰਦਾ ਹੈ। ਕਦੇ ਭਾਈ ਲੱਖੂ ਦੇ ਰੂਪ ਦੇ ਵਿੱਚ ਹੈ ਗੁਰਸੰਗਤ ਜੀ, ਕਦੇ ਭਾਈ ਵਿਧੀ ਚੰਦ ਦੇ ਰੂਪ ਦੇ ਵਿੱਚ ਹੈ, ਕਦੇ ਕਿਸੇ ਰੂਪ ਦੇ ਵਿੱਚ ਹੈ, ਕਦੇ ਕਿਸੇ ਰੂਪ ਦੇ ਵਿੱਚ ਹੈ। ਇਸੇ ਕਰਕੇ ਤਾਂ ਗੁਰਸਿੱਖਾਂ ਦਾ ਨਿਰਾਦਰ ਨਹੀਂ ਗੁਰੂ ਨੇ ਕਰਨ ਦਿੱਤਾ। ਗੁਰੂ ਨੂੰ ਪਤਾ ਸੀ ਨਾ ਕਿ ਮੈਂ ਕਿਹਾ ਪਤਾ ਨਹੀਂ ਕਿਹੜੇ ਗੁਰੂ ਕੇ ਸਿੱਖ ਦੇ ਅੰਦਰ ਮੈਂ ਵਸਦਾ ਹਾਂ। ਇਸੇ ਕਰਕੇ ਤਾਂ ਗੁਰੂ ਦਾ ਸਿੱਖ ਗੁਰਸੰਗਤ ਜੀ ਐਸਾ ਹੋਣਾ ਚਾਹੀਦਾ ਹੈ ਤੇ ਹਰ ਇੱਕ ਨੂੰ ਨਮਸਕਾਰ, ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ। ਉਹਨੂੰ ਸੋਚਣਾ ਚਾਹੀਦਾ ਹੈ ਕਿ ਮੇਰੇ ਗੁਰੂ ਨੇ ਬਚਨ ਕਹੇ ਸਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰਉ ਨਿਵਾਸ। ਮੇਰਾ ਖਾਲਸੇ ਦੇ ਵਿੱਚ ਨਿਵਾਸ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਰਾਵਿਆ ਹੈ, ਉਸ ਦੇ ਆਨੰਦ ਨੂੰ ਮਾਣਿਆ ਹੈ, ਉਸ ਨੂੰ ਅਰਾਧਿਆ ਹੈ, ਉਹਨਾਂ ਦੇ ਬਹੁਤ ਵੱਡੇ ਭਾਗ ਹਨ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਣਾ। ਤੇ ਹਰੀ ਦੇ ਪਰਮੇਸ਼ਰ, ਹਰੀ ਪਰਮੇਸ਼ਰ ਵਾਹਿਗੁਰੂ ਆਪ ਜੀ ਦੇ
ਦਰਸ਼ਨਾਂ ਦੇ ਵਾਸਤੇ ਮੇਰਾ ਮਨ ਲੋਚਦਾ ਪਿਆ ਹੈ। ਮਹਾਰਾਜ ਆਪ ਜੀ ਦਰਸ਼ਨ ਦਿਓ। ਇੱਕ ਘੜੀ ਨਾ ਮਿਲਦੇ ਤਾਂ ਕਾਜੂ ਹੋਤਾ, ਮਹਾਰਾਜ ਕਿਰਪਾ ਕਰੋ ਦਰਸ਼ਨ ਦਿਓ। ਕਿਸ ਤਰ੍ਹਾਂ ਮਾਈ ਭਾਗ ਭਰੀ ਅਰਦਾਸਾਂ ਬੇਨਤੀਆਂ ਕਰਦੀ ਹੋਊਗੀ। ਗੁਰਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੀ ਗੁਰੂ ਕੇ ਸਿੱਖ ਨੇ, ਆਪ ਜੀ ਨੂੰ ਪਤਾ ਹੈ ਜਦੋਂ ਪਰਿਵਾਰ ਵਿਛੋੜਾ ਹੋਇਆ, ਮਾਛੀਵਾੜੇ ਇੱਕ ਮਾਈ ਰਹਿੰਦੀ ਸੀ, ਉਸ ਮਾਈ ਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਚੋਲਾ ਆਪ ਖੁਦ ਲੈਣ ਵਾਸਤੇ ਗੁਰਸੰਗਤ ਜੀ ਗਏ ਸਨ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ। ਇਹ ਬਹੁਤ ਭੇਦ ਹੁੰਦਾ ਹੈ ਗੁਰੂ ਦੇ ਵਿੱਚ। ਜਿਹੜੇ ਵੀ ਰਸਤੇ ਤੇ ਜਾਂਦਾ ਗੁਰੂ ਕੇ ਸਿੱਖਾਂ ਦਾ ਉਧਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਗਏ ਹੈ। ਭਾਈ ਮਰਦਾਨਾ ਵਿਪਤਾ ਦੇ ਵਿੱਚ ਕਿਤੇ ਵੀ ਹੁੰਦਾ, ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਜ਼ਰੂਰ ਯਾਦ ਕਰਨਾ ਹੁੰਦਾ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜ਼ਰੂਰ ਯਾਦ ਕਰਿਆ ਕਰਦੇ ਸਨ। ਮਹਾਰਾਜ ਨੇ ਹੁਣ ਵਿਪਤਾ ਦੇ ਵਿੱਚ ਭਾਵ ਕੀ ਪ੍ਰੇਮ ਹੈ ਅੰਦਰ ਗੁਰਸੰਗਤ ਜੀ, ਹੋਰਾਂ ਨੂੰ ਨਹੀਂ ਯਾਦ ਕਰਦੇ ਸੀ, ਆਪਣੇ ਮਾਤਾ ਪਿਤਾ ਪੁੱਤਰਾਂ ਨੂੰ ਨਹੀਂ ਸਨ ਭਾਈ ਮਰਦਾਨਾ ਜੀ ਯਾਦ ਕਰਦੇ। ਇਸੇ ਕਰਕੇ ਵੱਡਿਆਂ ਭਾਗਾਂ ਵਾਲੇ ਹੈ ਕਿ ਜਦੋਂ ਵਿਪਤਾ ਆ ਕੇ ਭਾਵੇਂ ਕੋਈ ਵੀ ਪੈਂਦੀ ਗੁਰਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕਰਿਆ ਕਰਦੇ ਸੀ। ਮੁਖ ਤੋਂ ਇਹੋ ਹੀ ਨਿਕਲਦਾ, ਗੁਰੂ ਨਾਨਕ ਦੇਵ ਮਹਾਰਾਜ ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਭਾਵੇਂ ਭਾਈ ਬਾਲਾ ਜੀ ਨੇ ਇੱਕ ਵਾਰੀ ਕਹਿ ਦਿੱਤਾ ਸੀ, ਮਹਾਰਾਜ ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਵਿਪਤਾ ਦੇ ਵਿੱਚ ਫਸਿਆ ਰਹਿੰਦਾ, ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ ਭਾਈ ਬਾਲਾ ਜੀ, ਇਹ ਸਾਡਾ ਬਿਰਧ ਹੈ, ਕਿਉਂਕਿ ਇਹਨੇ ਸਾਡੇ ਨਾਲ ਲਾਈ ਹੈ ਤੇ ਹੁਣ ਸਾਡਾ ਨਿਭਾਉਣ ਦਾ ਫਰਜ਼ ਹੈ। ਇਹਨੇ ਸਾਡੇ ਨਾਲ ਲਾਈ ਹੈ ਤੇ ਜਦੋਂ ਆਪਾਂ ਗੁਰੂ ਦੇ ਨਾਲ ਲਾ ਲਵਾਂਗੇ ਗੁਰਸੰਗਤ ਜੀ, ਆਪਾਂ ਕਈ ਵਾਰੀ ਵਿਪਤਾ ਦੇ ਵਿੱਚ ਗਿਆਨੀ ਕੀ ਹਾਂ, ਚੰਗੇ ਮਾੜੇ ਕਰਨ ਵਾਲੇ ਸਾਡੇ ਇਹ ਕਰਮ ਨੇ, ਅਸੀਂ ਕਰਦੇ ਰਹਿੰਦੇ ਹਾਂ। ਕਿਉਂਕਿ ਚੰਗਾ ਮਾੜਾ ਕਰਮ ਇਹ ਜੀਵ ਦੇ ਗੁਰਸੰਗਤ ਜੀ ਹਰ ਇੱਕ ਦੇ ਜੋ ਪੱਲੇ ਦੇ ਵਿੱਚ ਆਇਆ, ਪਾਪ ਪੁੰਨ ਹਰ ਇੱਕ ਦੇ ਮਨੁੱਖ ਦੇ ਪੱਲੇ ਦੇ ਵਿੱਚ ਆਇਆ। ਹਰ ਇੱਕ ਮਨੁੱਖ ਪਾਪ ਕਰ ਜੋ ਪੁੰਨ ਕਰਮ ਕਰਨ ਵਾਲਾ ਹੈ, ਤੇ ਕੋਈ ਇੱਕ ਪਰਮੇਸ਼ਰ ਹੈ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਜਾਂ ਜੋ ਉਸ ਦਾ ਰੂਪ ਹੋ ਜਾਂਦੇ ਆ ਉਹ ਪਾਪਾਂ ਪੁੰਨਾਂ ਤੋਂ ਪਰੇ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਹਰ ਦਰਸ਼ਨ ਕੌਣ ਮਨ ਲੋਚਦਾ, ਮੇਰਾ ਤਾਂ ਹਰੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਮਨ ਲੋਚ ਰਿਹਾ, ਲੋਚਦਾ ਪਿਆ ਨਾਨਕ ਪਿਆਸ ਮਨਾ। ਮੇਰੇ ਸੱਚੇ ਪਾਤਸ਼ਾਹ ਪਿਆਸ ਹੈ ਮਨ ਦੇ ਅੰਦਰ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਜਿਹੜਾ ਮੈਨੂੰ ਮੇਰੇ ਪਰਮੇਸ਼ਰ ਦੇ ਨਾਲ ਮਿਲਾ ਦੇਵੇਗਾ, ਜਿਹੜਾ ਮੈਨੂੰ ਆਪ ਜੀ ਦੇ ਦਰਸ਼ਨ ਕਰਾ ਦੇਵੇਗਾ, ਮੈਂ ਉਹਨਾਂ ਦੇ ਪਾਏ ਲੱਗਾ, ਉਹਨਾਂ ਦੇ ਚਰਨੀ ਲੱਗ ਜਾਵਾਂਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਚੇਤ ਦੇ ਮਹੀਨੇ ਦੇ ਵਿੱਚ ਪ੍ਰਭੂ ਪਰਮੇਸ਼ਰ ਮਿਲ ਗਿਆ ਹੈ, ਮਿਲ ਚੁੱਕਾ ਹੈ ਜਾਂ ਮਿਲ ਜਾਣਾ ਹੈ, ਉਹਨਾਂ ਦੇ ਗੁਰਮੁਖੋਂ ਪਾਏ ਲੱਗੋ, ਚਰਨੀ ਲੱਗੋ, ਅੰਤਰ ਜਾਮੀ ਗੁਰਮ ਵਧਾਦੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਬਹੁ ਕਰ ਸੰਤਨ ਕੀ। ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਗੁਰਸੰਗਤ ਜੀ ਅੱਜ ਨਵਾਂ ਸਾਲ ਹੈ, ਇੱਥੇ ਪ੍ਰਣ ਕਰਕੇ ਜਾਈਏ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਦੇ ਨਸ਼ਾ ਨਹੀਂ ਕਰਾਂਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਆਪਣੀਆਂ ਧੀਆਂ ਬਣਾਇਆ ਹੈ, ਸਾਨੂੰ ਆਪਣੇ ਪੁੱਤਰ ਬਣਾਇਆ ਹੈ, ਤੇ ਅਸੀਂ ਗਰੀਬ ਨਿਵਾਜ ਹੁਣੇ ਹੀ ਆਪ ਜੀ ਦਾ ਅੰਮ੍ਰਿਤ ਛਕਾਂਗੇ। ਪ੍ਰਣ ਕਰਕੇ ਜਾਓ ਗਰੀਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਿਓ, ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਅੰਮ੍ਰਿਤ ਤੋਂ ਬਿਨਾਂ ਗੁਰਸੰਗਤ ਜੀ ਗੁਰੂ ਦਾ ਸਿੱਖ ਵਾਂਝਾ ਹੈ, ਕਿਉਂਕਿ ਮਹਾਰਾਜ ਕਹਿੰਦੇ ਨਿਗੁਰੇ ਦਾ ਹੈ ਨਾਮ ਬੁਰਾ, ਨਿਗੁਰਾ ਪੁਰਸ਼ ਹੈ ਉਹਦਾ ਨਾਮ ਵੀ ਬੁਰਾ ਹੈ। ਗੁਰਸੰਗਤ ਜੀ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਸਕੀਏ, ਗੁਰੂ ਵਾਲੇ ਬਣੀਏ, ਪਰਮੇਸ਼ਰ ਦੇ ਲੜ ਲੱਗੀਏ। ਹੋਰਾਂ ਦੇਵੀ ਦੇਵਤਿਆਂ ਨੂੰ ਕਿਸ ਵਾਸਤੇ ਧਿਆਉਣਾ, ਸਾਡਾ ਗੁਰੂ ਬੜਾ ਵੱਡਾ ਹੈ। ਸੋਧਰ ਕੈਸੇ ਛੁੱਡੀਏ ਜੋ ਦਰ ਐਸਾ ਹੋਏ, ਬੜਾ ਵੱਡਾ ਹੈ ਸਾਡਾ ਗੁਰੂ, ਸਭ ਤੋਂ ਵੱਡਾ ਸਤਿਗੁਰ ਨਾਨਕ, ਸਭ ਤੋਂ ਵੱਡਾ ਕਿਹਾ ਹੈ ਜਿਨ ਕਲ ਰਾਖੀ ਮੇਰੀ। ਗੁਰਸੰਗਤ ਜੀ ਹੋਰ ਦੇਵੀ ਦੇਵਤੇ ਛੋਟੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ। ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਤਾਂ ਆ ਕੇ ਦੇਵੀ ਦੇਵਤੇ ਵੀ ਝਾੜੂ ਦੀ ਸੇਵਾ ਕਰਦੇ ਆ, ਤੇ ਅਸੀਂ ਉਹਨਾਂ ਦੇ ਦਰ ਤੇ ਜਾ ਕੇ ਮੰਗਦੇ ਚੰਗੇ ਲੱਗਦੇ। ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਗੁਰੂ ਸੰਗਤ ਜੀ 15 ਮਿੰਟ 20 ਮਿੰਟ ਅੱਧਾ ਘੰਟਾ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ, ਨਿਤਨੇਮੀ ਹੋਵੋ, ਤਾਂ ਹੀ ਖਾਲਸੇ ਦਾ ਇੱਕ ਪ੍ਰਣ ਹੈ। ਦੇਖੋ ਕਿੱਡਾ ਵੱਡਾ, ਆਪਾਂ ਹਰ ਰੋਜ਼ ਮੁਖ ਤੋਂ ਕਹਿੰਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ, ਮਹਾਰਾਜ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ। ਕਿੱਡਾ ਵੱਡਾ ਗੁਰੂ ਕੇ ਸਿੱਖਾਂ ਨੂੰ ਭਰੋਸਾ ਹੈ, ਅੱਜ ਨਹੀਂ ਕੱਲ ਨੂੰ ਨਹੀਂ, ਸਮਾਂ ਲੱਗਦਾ ਰਹਿੰਦਾ।
ਕਿ ਸਾਡਾ ਵੀ ਕਿਤੇ ਰਾਜ ਹੋਵੇਗਾ। ਰਾਜ ਮੰਗਿਆ ਕਰੋ ਗੁਰੂ ਤੋਂ, ਗਰੀਬ ਨਵਾਜ ਅਸੀਂ ਵੀ ਕਿਤੇ ਰਾਜ ਕਰਨ ਵਾਲੇ ਹੋਈਏ। ਤੁਸੀਂ ਕਿਰਪਾ ਕਰਿਓ ਗੁਰੂ ਤੋਂ ਭਾਈ ਦਾਤਾ ਐਸੀਆਂ ਮੰਗੀਏ, ਨਾਮ ਨਾ ਸਾਨੂੰ ਵਿਸਰੇ, ਸਾਨੂੰ ਨਾਮ ਨਾ ਮਹਾਰਾਜ ਕਦੇ ਭੁੱਲੇ, ਤੁਸੀਂ ਨਾ ਕਦੇ ਭੁੱਲਿਓ। ਗੁਰੂ ਕਿਰਪਾ ਕਰੇ ਆਪ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਇਹ ਚੇਤ ਦਾ ਮਹੀਨਾ ਜੋ ਚੜ੍ਹਿਆ ਹੈ, ਗੁਰੂ ਸੰਗਤ ਜੀ ਅਰਦਾਸ ਬੇਨਤੀਆਂ ਕਰੀਏ। ਜੋ ਆ ਜੰਗਾਂ ਲੱਗੀਆਂ ਹੋਈਆਂ ਨੇ, ਜੋ ਇਹ ਭਿਆਨਕ ਸਮਾਂ ਆਇਆ ਹੋਇਆ ਹੈ, ਕਈ ਵਾਰੀ ਚਿੱਤ ਦੇ ਵਿੱਚ ਬੜੇ ਖਿਆਲ ਆਉਂਦੇ ਆ, ਪਰ ਅਰਦਾਸ ਬੇਨਤੀ ਇਹੀ ਕਰਿਆ ਕਰੀਏ, ਸੱਚੇ ਪਾਤਸ਼ਾਹ ਆਪ ਜੀ ਟਿਕਾਓ, ਆਪ ਜੀ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਸੰਗਰਾਂਦ ਦਾ ਦਿਹਾੜਾ ਹੈ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਧੁਰਕੀ ਬਾਣੀ ਆਏ ਤਿਨ ਸਗਲੀ ਚਿੰਤ ਮਿਟਾਈ ਜੀ ਦੇ ਅੱਜ ਗੁਰ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ, ਅੱਜ ਭੋਗ ਪੈਣੇ ਹੈ। ਤੇ ਦਾਸ ਦੀ ਦੋਨੇ ਹੱਥ ਜੋੜ ਕੇ ਆਪ ਸੰਗਤ ਨੂੰ ਬੇਨਤੀ ਹੈ, 9:30 ਵਜੇ 10 ਵਜੇ ਦੇ ਤਕਰੀਬ ਸਾਰੀ ਜਿਹੜੀ ਇਹ ਸਮਾਪਤੀ ਹੋ ਜਾਂਦੀ ਹੈ, 11 ਵਜੇ ਦੇ ਤਕਰੀਬ। ਤੇ ਆਪ ਜੀ ਹਾਜ਼ਰੀਆਂ ਜ਼ਰੂਰ ਭਰਿਆ ਕਰੋ। ਸੰਗਰਾਂਦ ਦਾ ਮਹੀਨਾ ਇੱਕੋ ਹੀ ਇੱਕ ਦਿਨ ਐਸਾ ਹੁੰਦਾ ਹੈ ਜਿਹੜਾ ਆਪਾਂ ਗਰੀਬ ਨਵਾਜ ਦੇ ਚਰਨਾਂ ਦੇ ਵਿੱਚ ਸੁੱਖ ਮੰਗਣੀ ਹੈ। ਗਰੀਬ ਨਵਾਜ ਕਿਰਪਾ ਕਰਨ, ਜਿੱਥੇ ਅੱਜ ਆਪਾਂ ਹਾਜ਼ਰੀਆਂ ਭਰੀਆਂ ਨੇ ਤੇ ਰੋਜ਼ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰਿਆ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਜੋ ਜੀ ਬਖਸ਼ ਲੈਣਾ। ਅਖੀਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਅਰਦਾਸ ਦੇ ਵਿੱਚ ਜੁੜੀਏ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ